ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅਸੀਂ ਇਸ ਚੈਨਲ ਦੇ ਉੱਪਰ ਪੀਐਸ ਟੈਟ ਐਂਡ ਸੀ ਟੈਟ ਦੀ ਤਿਆਰੀ ਕਰਵਾ ਰਹੇ ਹਾਂ। ਅੱਜ ਆਪਣੀ ਪਹਿਲੀ ਕਲਾਸ ਹੈ, ਫਸਟ ਕਲਾਸ ਹੈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਉੱਪਰ। ਅਗਰ ਤੁਸੀਂ ਪੀਐਸ ਟੈਟ ਪੇਪਰ 1 ਜਾਂ ਪੇਪਰ 2 ਦੀ ਤਿਆਰੀ ਕਰ ਰਹੇ ਹੋ ਜਾਂ ਬੋਥ ਪੇਪਰ ਦੀ ਤਿਆਰੀ ਕਰ ਰਹੇ ਹੋ, ਦੋਨੇ ਪੇਪਰਾਂ ਦੀ, ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਅੱਜ ਦਾ ਜਿਹੜਾ ਆਪਣਾ ਪੀਐਸ ਟੈਟ ਸੀ ਟੈਟ ਦੇ ਲਈ ਟੌਪਿਕ ਰਹੇਗਾ ਸੀਡੀਪੀ ਦਾ। ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਆਪਣਾ ਉਹ ਹੈ ਚਾਈਲਡ ਸੌਰੀ ਗਰੋਥ ਐਂਡ ਡਿਵੈਲਪਮੈਂਟ। ਇਹ ਮੋਸਟ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਇਸ ਦੇ ਉੱਪਰ ਇੱਕ ਕੁਐਸਚਨ ਪੱਕਾ ਐਮਸੀਕਿਊ ਦੇਖਣ ਨੂੰ ਮਿਲਦਾ। ਅਗਰ 2011 ਪੇਪਰ ਤੋਂ ਲੈ ਕੇ 2021 ਤੱਕ ਦੇ ਪੇਪਰ ਦੀ ਗੱਲ ਕਰੀਏ, ਇਹ ਕੁਐਸਚਨ ਹਰੇਕ ਦੇ ਵਿੱਚ ਡਿਸਕਸ ਕੀਤਾ। ਆਪਾਂ ਐਮਸੀਕਿਊ ਉਹੀ ਡਿਸਕਸ ਕਰਾਂਗੇ ਇਸ ਚੈਪਟਰ ਦੇ ਵਿੱਚੋਂ, ਇਸ ਟੌਪਿਕ ਦੇ ਵਿੱਚੋਂ, ਜਿਹੜੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪੁੱਛੇ ਗਏ ਨੇ, ਕਿਸੇ ਵੀ ਸਟੇਟ ਦੇ ਵਿੱਚ ਲਗਾ ਲਓ ਪੀਐਸ ਟੈਟ ਦੇ ਵਿੱਚ, ਉਹ ਡਿਸਕਸ ਕਰਾਂਗੇ। ਟੈਨਸ਼ਨ ਨਾ ਲਿਓ, ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੀ ਤਿਆਰੀ ਕਰਵਾਵਾਂਗੇ। ਕੋਈ ਫਾਲਤੂ ਤੁਹਾਨੂੰ ਨਹੀਂ ਪੜਾਵਾਂਗੇ ਜਦ ਨਹੀਂ ਐਮਸੀਕਿਊ ਡਿਸਕਸ ਕਰਾਂਗੇ। ਜਿਹੜੇ ਮੋਸਟ ਇੰਪੋਰਟੈਂਟ ਆ, ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ, ਉਹੀ ਡਿਸਕਸ ਕਰਾਂਗੇ ਜਿਹੜੇ ਪੇਪਰ ਦੇ ਵਿੱਚ ਆਉਣ ਦੇ ਚਾਂਸ ਨੇ। ਲਓ ਜੀ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਕੀ ਫਰਕ ਹੈ। ਇੱਕ ਇਹਦੀ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਇੰਟਰੋ, ਉਹਦੇ ਵੱਲ ਨਜ਼ਰ ਮਾਰ ਲਈਏ। ਇਹ ਹਿਊਮਨ ਬੀਇੰਗ ਆਰ ਨਾਟ ਸਟੈਟਿਕ, ਠੀਕ ਹੈ, ਸਥਿਰ ਨਹੀਂ ਹੈ। ਮਨੁੱਖ ਸਥਿਰ ਹਸਤੀ ਨਹੀਂ ਹੈ ਕਿ ਉਹ ਕੀਪ ਔਨ ਚੇਂਜਿੰਗ। ਉਹਦੇ ਵਿੱਚ ਮਨੁੱਖ ਦੇ ਵਿੱਚ ਚੇਂਜ ਆਉਂਦੇ ਰਹਿੰਦੇ। ਦੇਖੋ, ਬੱਚਾ ਜੋ ਛੋਟਾ ਹੁੰਦਾ ਉਹ ਫਿਰ ਹੌਲੀ ਹੌਲੀ ਤੁਰਨ ਲੱਗਦਾ, ਤੁਰਨ ਤੋਂ ਫਿਰ ਵੱਡਾ ਹੁੰਦਾ, ਹਾਈਟ ਵੇਟ ਵੱਧਦਾ ਉਹਦਾ, ਉਸਦੇ ਨਾਲ ਕਿ ਉਹ ਡਿਵੈਲਪਮੈਂਟ ਹੁੰਦੀ ਹੈ, ਬੋਲਣਾ ਸਿੱਖ ਜਾਂਦਾ। ਇਹ ਸਾਰੀ ਕਿ ਗਰੋਥ ਐਂਡ ਡਿਵੈਲਪਮੈਂਟ ਦੋਨੋਂ ਚੱਲਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ ਗੱਲ ਕਰੀਏ, ਇਹ ਜਿਹੜੀ ਚੇਂਜ ਨੂੰ ਅੰਡਰਸਟੈਂਡ ਕਰਨ ਦੇ ਲਈ ਕੁਝ ਟਰਮ ਦਾ ਆਪਾਂ ਯੂਜ਼ ਕਰਦੇ ਹਾਂ। ਜਿਹੜੇ ਚੇਂਜ ਹੁੰਦੇ ਨੇ ਮਨੁੱਖ ਦੇ ਵਿੱਚ, ਉਸ ਨੂੰ ਆਪਾਂ ਗਰੋਥ ਐਂਡ ਡਿਵੈਲਪਮੈਂਟ ਦੋ ਟਰਮਾਂ ਦੇ ਨਾਲ ਜਾਣਦੇ ਹਾਂ। ਪਰ ਅਗਰ ਗਰੋਥ ਐਂਡ ਡਿਵੈਲਪਮੈਂਟ ਦੀ ਡਿਵੈਲਪਮੈਂਟ ਦੀ ਜਾਂ ਵਿਕਾਸ ਦੀ ਗੱਲ ਕਰੀਏ, ਵਾਧੇ ਦੇ ਵਿਕਾਸ ਦੀ ਗੱਲ ਕਰੀਏ, ਤਾਂ ਇਹਨਾਂ ਵਿੱਚ ਬਹੁਤ ਵੱਡਾ ਡਿਫਰੈਂਸ ਆ, ਬਹੁਤ ਵੱਡਾ ਅੰਤਰ ਹੈ ਜੀ। ਕੀ ਹੈ ਜੀ? ਅੰਤਰ। ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਾਂ ਇਹਦਾ ਅੰਤਰ ਡਿਫਰੈਂਸ ਵੀ ਕਰਾਂਗੇ ਡਿਸਕਸ, ਕਿਉਂਕਿ ਤੁਹਾਨੂੰ ਪਤਾ ਲੱਗ ਜਾਏ। ਡਿਫਰੈਂਸ ਹਮੇਸ਼ਾ ਪੁੱਛਿਆ ਜਾ ਸਕਦਾ ਹੈ ਤੁਹਾਡੇ ਤੋਂ ਐਮਸੀਕਿਊ ਵਿੱਚ, ਤੇ ਜਿਹੜੇ ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਉਹੀ ਡਿਸਕਸ ਕਰਾਂਗੇ ਇਸ ਲੈਕਚਰ ਦੇ ਵਿੱਚ। ਲਓ ਜੀ, ਨੈਕਸਟ ਗੱਲ ਕਰਦੀ ਆ ਗਰੋਥ ਜਾਂ ਵਾਧਾ। ਦੇਖੋ, ਮੈਂ ਤੁਹਾਨੂੰ ਪਹਿਲਾਂ ਦੱਸਿਆ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਬਹੁਤ ਫਰਕ ਹੈ ਡਿਵੈਲਪਮੈਂਟ ਦੇ ਵਿੱਚ। ਤਾਂ ਗਰੋਥ ਦੀ ਗੱਲ ਕਰਦੇ ਆ, ਤੇ ਗਰੋਥ ਕੀ ਹੈ? ਕੁਆਂਟੀਟੇਟਿਵ ਐਸਪੈਕਟ ਆ, ਜਿਹੜਾ ਕਿ ਆਪਾਂ ਵਿਕਾਸ ਸਾਡੇ ਸਰੀਰ ਦਾ ਮਾਤਰਾਤਮਕ ਪਹਿਲੂ ਹੈ, ਜਿੰਨਾ ਤਬਦੀਲੀ ਦਾ ਪਤਾ ਲੱਗਦਾ। ਜੋ ਵੀ ਤਬਦੀਲੀ ਆਉਂਦੀ ਆ ਵਿਕਾਸ ਦੇ ਵਿੱਚ, ਮਤਲਬ ਕਿ ਸਾਈਜ਼ ਵਾਧਾ, ਉਸ ਤੋਂ ਸ਼ੇਪ ਆਫ ਬੋਡੀ, ਹਾਈਟ, ਸਾਰਾ ਕੁਝ ਜਿਹੜਾ ਕਿ ਆਪਾਂ ਨੂੰ ਮੈਂਸ਼ਨ ਕੀਤਾ ਗਿਆ ਇਹਦੇ ਵਿੱਚ ਵੀ। ਇਹਦੇ ਵਿੱਚ ਕੀ ਹੈ ਕਿ ਬਾਹਰੋਂ ਬਾਹਰੋਂ ਕੁਆਂਟੀਟੇਟਿਵ ਦੀ ਗੱਲ ਕਰਦੇ ਕਿ ਤੇ ਬਾਹਰੋਂ ਆਪਾਂ ਮਾਪ ਸਕਦੇ ਹਾਂ, ਬਾਹਰੋਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਵਾਧਾ ਹੈ। ਪਰ ਡਿਵੈਲਪਮੈਂਟ ਏਦਾਂ ਨਹੀਂ ਹੈ, ਉਹ ਵੀ ਡਿਸਕਸ ਕਰਾਂਗੇ। ਵਿਕਾਸ, ਦੇਖੋ, ਵਾਧਾ ਤਾਂ ਇਸ ਤਰ੍ਹਾਂ ਹੈ ਪਰ ਵਿਕਾਸ ਨਹੀਂ ਹੈ, ਠੀਕ ਹੈ। ਵਾਧਾ ਇਸ ਤਰ੍ਹਾਂ ਹੈ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ, ਇਹ ਵਾਧਾ ਜੀ, ਵਿਕਾਸ ਨਹੀਂ ਹੈ। ਇੱਥੇ ਤੁਸੀਂ ਵਾਧਾ ਲਿਖੋਗੇ, ਠੀਕ ਹੈ ਜੀ, ਵਾਧਾ। ਉਸ ਤੋਂ ਬਾਅਦ ਗੱਲ ਕਰੀਏ, ਇਹ ਮਾਪਿਆ ਜਾ ਸਕਦਾ, ਮੇਜ਼ਰ ਕਰਿਆ ਜਾ ਸਕਦਾ ਹੈ। ਜਿਵੇਂ ਕਿ ਹਾਈਟ ਨੂੰ ਆਪਾਂ ਮਾਪ ਸਕਦੇ ਹਾਂ, weight ਨੂੰ, ਸਾਈਜ਼ ਨੂੰ, ਐਂਡ ਸ਼ੇਪ ਆਫ ਬੋਡੀ, ਜੋ ਵੀ ਸ਼ੇਪ ਹੈ ਬੋਡੀ ਦੀ ਉਸਨੂੰ ਮਾਪ ਸਕਦੇ ਹਾਂ। ਇਸ ਨੂੰ ਕੀ ਕਹਾਂਗੇ ਆਪਾਂ? ਵਾਧਾ ਕਹਾਂਗੇ। ਵਾਧਾ ਕਹਾਂਗੇ, ਵਿਕਾਸ ਨਹੀਂ। ਵਿਕਾਸ ਤੇ ਵਾਧੇ ਵਿੱਚ ਬਹੁਤ ਫਰਕ ਹੈ। ਮੈਂ ਰਿਪੀਟ ਇਸ ਕਰਕੇ ਕਰ ਰਿਹਾ, ਬਹੁਤ ਸਾਰੇ ਸਟੂਡੈਂਟ ਗਲਤੀ ਕਰ ਬੈਠਦੇ ਨੇ। ਨੈਕਸਟ ਪੁਆਇੰਟ ਦੇ ਵੱਲ ਗੱਲ ਕਰਦੇ ਹਾਂ, ਜਿਹੜੀ ਕਿ ਗਰੋਥ ਆ ਉਹ ਲਾਈਫ ਲੌਂਗ ਪ੍ਰੋਸੈਸ ਨਹੀਂ ਹੈ। ਉਹ ਇੱਕ ਟਾਈਮ ਤੇ ਆ ਕੇ ਮੈਚੋਰਿਟੀ ਲੈਵਲ ਤੇ ਆ ਕੇ ਰੁਕ ਜਾਂਦੀ ਹੈ। ਮੰਨ ਲਓ ਕਿ ਇਹ ਕਿਹਾ ਜਾਂਦਾ ਲਾਈਫ ਲੌਂਗ ਪ੍ਰੋਸੈਸ ਨਹੀਂ ਹੈ। ਜਿਵੇਂ ਕਿ 19 ਤੋਂ ਲੈ ਕੇ 21 ਸਾਲ ਦੀ ਉਮਰ ਵਿੱਚ ਇਹ ਰੁਕ ਜਾਂਦਾ ਹੈ। ਕਿਸੇ ਦਾ 19 ਦੇ ਵਿੱਚ ਰੁਕ ਜਾਂਦਾ, ਕਿਸੇ ਦਾ 21 ਦੇ ਵਿੱਚ ਰੁਕ ਜਾਂਦਾ, ਕਿਸੇ ਦਾ ਅਪਰੋਕਸੀਮੇਟਲੀ ਇਹੀ ਏਜ ਰਹਿੰਦੀ ਹੈ, ਇਹੀ ਏਜ ਗਰੁੱਪ ਰਹਿੰਦੀ ਹੈ। ਇਸ ਤੋਂ ਅੱਗੇ ਪਿੱਛੇ ਥੋੜਾ ਬਹੁਤ ਹੋ ਸਕਦਾ, ਪਰ ਮੈਕਸੀਮਮ ਜਿਹੜੇ ਕਿ ਹਿਊਮਨ ਬੀਇੰਗ ਦੀ ਗੱਲ ਕਰੀਏ, ਮਨੁੱਖ ਦੀ ਗੱਲ ਕਰੀਏ, ਤਾਂ ਇਸ ਦੇ ਵਿੱਚ ਹੀ ਜਿਹੜਾ ਰਹਿੰਦਾ ਹੈ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ, ਗਰੋਥ ਦੇ ਵਿੱਚ ਕਿਹੜੀ ਕਿਹੜੀ ਆਪਾਂ ਫੈਕਟਰ ਦੇਖਣ ਨੂੰ ਮਿਲਦੇ ਆ। ਦੇਖੋ, ਗਰੋਥ ਫਿਜ਼ੀਕਲੀ ਆਪਾਂ ਦੇਖ ਸਕਦੇ ਹਾਂ, ਫਿਜ਼ੀਕਲੀ ਐਂਡ ਕੁਆਂਟੀਟੇਟਿਵ। ਦੋਨਾਂ ਦਾ ਮਤਲਬ ਇੱਕ ਹੀ ਹੈ ਕਿ ਜੋ ਵੀ ਚੇਂਜ ਆਪਾਂ ਮੇਜ਼ਰ ਕਰ ਸਕਦੇ ਹਾਂ ਉਹ ਆਪਣੀ ਇੱਕ ਯੂਨਿਟ ਦੇ ਵਿੱਚ ਕੀਤਾ ਜਾ ਸਕਦਾ ਹੈ। ਜਿਵੇਂ ਕਿ ਹਾਈਟ ਨੂੰ ਆਪਾਂ ਫੁੱਟ ਦੇ ਵਿੱਚ ਮਾਪਦੇ ਹਾਂ, ਸੈਂਟੀਮੀਟਰਾਂ ਦੇ ਵਿੱਚ ਮਾਪਦੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ weight ਦੀ, ਭਾਰ ਦੀ, ਤਾਂ weight ਕਿਸ ਦੇ ਵਿੱਚ ਮਾਪਦੇ? ਕੇਜੀ ਦੇ ਵਿੱਚ। ਹਰੇਕ ਦੀ ਆਪਣੀ ਆਪਣੀ ਇੱਕ ਯੂਨਿਟ ਹੈ ਜਿਸ ਦੇ ਵਿੱਚ ਮਾਪਿਆ ਜਾਂਦਾ ਹੈ। ਬੋਡੀ ਸਾਈਜ਼, weight ਜੋ ਵੀ ਹੈ, ਇਹ ਸਾਡਾ ਆਪਣੀ ਆਪਣੀ ਯੂਨਿਟ ਦੇ ਵਿੱਚ ਮਾਪਿਆ ਜਾ ਸਕਦਾ ਗਰੋਥ ਨੂੰ। ਪਰ ਆਪਾਂ ਉੱਧਰ ਹੀ ਗੱਲ ਕਰੀਏ ਵਾਧੇ ਵਿਕਾਸ ਦੀ, ਡਿਵੈਲਪਮੈਂਟ ਦੀ, ਤਾਂ ਡਿਵੈਲਪਮੈਂਟ ਏਦਾਂ ਨਹੀਂ ਹੈ। ਉਹ ਸਿਸਟੇਮੈਟਿਕ ਚੇਂਜ ਜੋ ਵੀ ਆਉਂਦਾ ਹਿਊਮਨ ਦੇ ਵਿੱਚ, ਮਨੁੱਖ ਦੇ ਵਿੱਚ, ਉਹ ਕਿੱਦਾਂ ਉਹ ਸੈਲਫ ਰਿਅਲਾਈਜ਼ ਵੀ ਕੀਤਾ ਜਾ ਸਕਦਾ ਹੈ।
ਜੋ ਟਾਈਮ ਟੂ ਟਾਈਮ ਪਤਾ ਲੱਗਦਾ, ਲਾਈਫ ਟਾਈਮ ਚੱਲਦਾ ਰਹਿੰਦਾ ਹੈ। ਜਿਵੇਂ ਕਿ ਵਾਰਮ ਟੂ ਟੋਮ, ਮੋਸਟ ਇੰਪੋਰਟੈਂਟ ਇੱਥੇ ਟਰਮ ਆ ਵਾਰਮ ਟੂ ਟੋਮ। ਇਹਦਾ ਕੀ ਮਤਲਬ? ਕੁੱਖ ਤੋਂ ਕਬਰ ਤੱਕ। ਦੇਖੋ, ਕੁੱਖ ਤੋਂ ਕਬਰ ਤੱਕ ਜਾਂਦੇ ਜੋ ਵੀ ਬਦਲਾਵ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਆਪਣੇ ਆਪ 'ਚ, ਉਹਨੂੰ ਕੀ ਕਵਾਂਗੇ? ਵਿਕਾਸ ਕਵਾਂਗੇ, ਡਿਵੈਲਪਮੈਂਟ ਕਵਾਂਗੇ, ਨਾ ਕਿ ਵਾਧਾ ਕਵਾਂਗੇ। ਉਸ ਤੋਂ ਨੈਕਸਟ ਪੁਆਇੰਟ ਦੇ ਵੱਲ ਗੱਲ ਕਰਦੇ ਹਾਂ। ਇਹ ਕੀ ਗੱਲ ਕਰੀਏ ਡਿਵੈਲਪਮੈਂਟ ਦੀ, ਇਹਦਾ ਮਤਲਬ ਕੀ ਹੈ ਕਿ ਡਿਵੈਲਪਮੈਂਟ ਪਹਿਲਾਂ ਹੀ ਸਟਾਰਟ ਹੋ ਜਾਂਦਾ, ਬਿਗਨ ਹੋ ਜਾਂਦਾ ਬਰਥ ਤੋਂ ਪਹਿਲਾਂ। ਦੇਖੋ, ਪ੍ਰੀਨੇਟਲ ਜਿਹੜੀ ਸਟੇਜ ਆਪਣੀ, ਉਸਦੀ ਗੱਲ ਕਰਾਂਗੇ। ਪ੍ਰੀਨੇਟਲ ਜਿਹੜੇ ਕਿ ਜਦੋਂ ਬੱਚਾ ਬਣਨਾ, ਜਾਈਗੋਟ ਤੋਂ ਬਣਨਾ ਸਟਾਰਟ ਹੋ ਜਾਂਦਾ, ਤਾਂ ਉਦੋਂ ਬੱਚੇ ਦੇ ਵਿੱਚ ਜੋ ਡਿਵੈਲਪਮੈਂਟ ਆਉਂਦੀ ਹੈ ਤਾਂ ਉਹ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ। ਇੱਥੇ ਵੀ ਲਿਖਿਆ ਪ੍ਰੀਨੇਟਲ ਜਿਹੜੀ ਪੀਰੀਅਡ ਆ, ਉਹਦੇ ਵਿੱਚ ਕੰਟੀਨਿਊ ਪ੍ਰੋਸੈਸ ਚੱਲਦਾ ਤੇ ਉਹਦੀ ਜਿਹੜੇ ਕਿ ਮੌਤ ਤੱਕ, ਟੌਮ ਤੱਕ ਇਹ ਡਿਵੈਲਪਮੈਂਟ ਚੱਲਦੀ ਰਹਿੰਦੀ ਹੈ। ਛੋਟੇ ਬੱਚੇ ਤੋਂ ਜਦੋਂ ਬੱਚਾ ਪੇਟ ਦੇ ਵਿੱਚ ਹੁੰਦਾ ਮਾਂ ਦੇ, ਉਦੋਂ ਹੀ ਡਿਵੈਲਪਮੈਂਟ ਹੋਣੀ ਸਟਾਰਟ ਹੋ ਜਾਂਦੀ ਹੈ ਐਂਡ ਮੌਤ ਤੱਕ, ਇਹ ਕੀ ਕਹਿ ਸਕਦੇ, ਡੈਥ ਤੱਕ ਇਹ ਡਿਵੈਲਪਮੈਂਟ ਚੱਲਦੀ ਰਹਿੰਦੀ ਹੈ। ਹੁਣ ਗੱਲ ਕਰੀਏ, ਇਹ ਟਾਈਮ ਪੀਰੀਅਡ ਆ ਜਿਹੜਾ, ਉਹ ਕਿਸ ਤਰ੍ਹਾਂ ਮਤਲਬ ਕਹਿ ਸਕਦੇ ਆ ਡਿਵੈਲਪਮੈਂਟ ਕਿਸ ਤੇ ਨਿਰਭਰ ਕਰਦੀ ਹੈ। ਉਹ ਹੈ ਫਿਜ਼ੀਕਲੀ, ਕਿੰਨੇ ਟਾਈਪ ਦੀ ਆਪਾਂ ਗੱਲ ਕਰੀਏ, ਫਿਜ਼ੀਕਲੀ ਹੈ, ਮੈਂਟਲੀ ਹੈ, ਇਮੋਸ਼ਨਲੀ ਹੈ, ਸੋਸ਼ਲੀ ਡਿਵੈਲਪਮੈਂਟ, ਸਾਰੀ ਇਹ ਡਿਵੈਲਪਮੈਂਟ ਇਹਦੇ 'ਚ ਆਏਗੀ। ਦੇਖੋ, ਡਿਵੈਲਪਮੈਂਟ ਤੇ ਗਰੋਥ ਦੇ ਵਿੱਚ ਬਹੁਤ ਡਿਫਰੈਂਸ ਹੈ। ਗਰੋਥ ਇੱਕ ਟਾਈਮ ਤੇ ਆ ਕੇ ਰੁਕ ਜਾਣਾ, ਪਰ ਡਿਵੈਲਪਮੈਂਟ ਹਮੇਸ਼ਾ ਚੱਲਦਾ ਰਹਿੰਦਾ ਹੈ, ਕਿਉਂਕਿ ਇਹ ਨੈਗੇਟਿਵ ਨਹੀਂ ਹੋ ਸਕਦੀ। ਕੀ ਨੈਗੇਟਿਵ ਨਹੀਂ ਹੋ ਸਕਦੀ, ਇਸੇ ਤਰ੍ਹਾਂ ਗਰੋਥ ਵੀ ਨੈਗੇਟਿਵ ਨਹੀਂ ਹੋ ਸਕਦੀ, ਉਹ ਹਮੇਸ਼ਾ ਪੋਜ਼ਿਟਿਵ ਵੱਲ ਹੀ ਜਾਏਗੀ। ਮੀਨਸ ਇੱਥੇ ਕੀ ਆ ਕਿ ਇਹਦਾ ਰਿਸਪੌਂਸ ਹਮੇਸ਼ਾ ਅੱਗੇ ਵੱਧਦਾ ਹੈ, ਅੱਗੇ ਵਧਣ ਦੇ ਵੱਲ ਆ, ਘਟਦਾ ਨਹੀਂ ਹੈ। ਅੱਗੇ ਕਦੇ ਤੁਸੀਂ ਸੁਣਿਆ ਕਿਸੇ ਦੀ ਡਿਵੈਲਪਮੈਂਟ ਘਟ ਗਈ? ਨਹੀਂ। ਕਿਸੇ ਦੀ ਹਾਈਟ ਘਟ ਗਈ? ਨਹੀਂ। ਕਿਸੇ ਦਾ ਵੇਟ, ਚਲੋ ਵੇਟ ਤਾਂ ਘਟਦਾ ਰਹਿੰਦਾ, ਏਦਾਂ ਨਹੀਂ ਹੈ, ਪਰ ਟਾਈਮ ਟੂ ਟਾਈਮ। ਜੀ ਨੈਕਸਟ ਆਪਾਂ ਸਲਾਈਡ ਦੇ ਵਿੱਚ ਚੱਲਦੇ ਹਾਂ। ਥੋੜੇ ਜਿਹੇ ਪੁਆਇੰਟ ਇੱਥੇ ਹੀ ਸਮਝਣ ਵਾਲੇ ਆ, ਤੁਸੀਂ ਧਿਆਨ ਦੇ ਨਾਲ ਦੇਖਿਓ। ਇਹਦੇ ਵਿੱਚ ਕੀ ਆ, ਡਿਵੈਲਪਮੈਂਟ ਇੱਕ ਪ੍ਰੋਗਰੈਸਿਵ ਇੱਕ ਪ੍ਰੋਸੈਸ ਕਰ ਲਈ, ਪਰਮਾਨੈਂਟ ਚੇਂਜ ਜਿਹੜਾ ਆਉਂਦਾ ਹੈ ਮਨੁੱਖ ਦੇ ਵਿੱਚ। ਪਰਮਾਨੈਂਟ ਚੇਂਜ ਮਤਲਬ ਬੱਚਾ ਇੱਕ ਸਟੱਡੀ ਕਰ ਰਿਹਾ, ਉਹ ਪੜ੍ਹ ਕੇ ਇੱਕ ਵਧੀਆ, ਉਹਦੀ ਜਿਹੜੀ ਲੈਂਗੁਏਜ ਬਦਲ ਜਾਏਗੀ, ਬੋਲਣ ਦਾ ਤਰੀਕਾ ਬਦਲ ਜਾਏਗਾ। ਇਸ ਤਰ੍ਹਾਂ ਕਿ ਉਹ ਪਰਮਾਨੈਂਟ ਹੋ ਜਾਂਦੀ ਹੈ, ਉਹ ਚੇਂਜ ਜਿਹੜੀ ਪਰਮਾਨੈਂਟ ਹੋ ਜਾਂਦੀ ਆ। ਚੇਂਜ ਕੈਨ ਨਾਟ ਬੀ ਰਿਵਰਸ, ਉਹ ਰਿਵਰਸ ਨਹੀਂ ਕੀਤੇ ਜਾ ਸਕਦੇ। ਮੈਂ ਤੁਹਾਨੂੰ ਦੱਸਿਆ, ਮਾਈਨਸ ਵਿੱਚ ਕਦੇ ਨਹੀਂ ਜਾਂਦੇ, ਘਟਾਓ ਦੇ ਵਿੱਚ, ਨੈਗੇਟਿਵ ਦੇ ਵਿੱਚ ਕਦੇ ਨਹੀਂ ਜਾਂਦੇ। ਹਮੇਸ਼ਾ ਇਹ ਜਿਹੜੀ ਕਿ ਡਿਵੈਲਪਮੈਂਟ ਆ, ਉਹ ਕੀ ਆ, ਪੋਜ਼ਿਟਿਵ ਵੱਲ ਜਾਏਗੀ। ਇਹਦੇ ਵਿੱਚ ਵੀ ਇਹੀ ਦੱਸਿਆ ਹੋਇਆ। ਇਹ ਇੰਪੋਰਟੈਂਟ ਆ ਇਸ ਕਰਕੇ ਹੈ ਕਿ ਟੌਪਿਕ ਸਮਝ ਲੱਗ ਜੇ ਤੁਹਾਨੂੰ। ਹਾਂਜੀ, ਜਿਹੜੀ ਆਪਾਂ ਮੈਂ ਮੈਂਸ਼ਨ ਕਰਾਂਗੇ ਮੋਸਟ ਇੰਪੋਰਟੈਂਟ ਆ, ਉਹ ਤੁਸੀਂ ਨੋਟ ਕਰ ਲੈਣਾ। ਹਾਂਜੀ, ਜਿਵੇਂ ਕਿ ਬਿਮਾਰੀ ਤੋਂ ਥਕਾਵਟ ਹੋਣਾ ਤੇ ਉਹ ਤਬਦੀਲੀ ਨੂੰ ਵਿਕਾਸ ਵਿੱਚ ਨਹੀਂ ਗਿਣਿਆ ਜਾਂਦਾ। ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਕਿ ਸਟੂਡੈਂਟ ਬਿਮਾਰ ਹੈ ਜਾਂ ਕੈਂਡੀਡੇਟ ਬਿਮਾਰ ਹੈ, ਬੱਚਾ ਬਿਮਾਰ ਹੈ, ਤਾਂ ਉਹਦੀ ਡਿਵੈਲਪਮੈਂਟ ਉਸ ਸਮੇਂ ਹੁੰਦੀ ਹੈ ਨਾ, ਉਸਨੂੰ ਡਿਵੈਲਪਮੈਂਟ ਨਹੀਂ ਮੰਨਿਆ ਜਾਂਦਾ। ਇਹ ਵੀ ਦੇਖ ਲਓ, ਨਹੀਂ ਮੰਨਿਆ ਜਾਂਦਾ। ਇਹ ਵੀ MCQ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਨੈਕਸਟ ਹੈ, ਡਿਵੈਲਪਮੈਂਟ ਇੱਕ ਕੰਟੀਨਿਊ ਪ੍ਰੋਸੈਸ ਹੈ, ਜਿਹਦੇ ਵਿੱਚ ਗਰੋਥ ਵੀ ਮੈਂਸ਼ਨ ਹੈ, ਮੈਚੂਰੇਸ਼ਨ ਵੀ ਹੈ, ਲਰਨਿੰਗ ਇਨ ਇਟਸੈਲਫ। ਹਾਂਜੀ, ਇੱਕ ਬੱਚਾ ਆਪਣੇ ਆਪ ਤੋਂ ਵੀ ਸਿੱਖਦਾ ਹੈ। ਇਹ ਸਾਰਾ ਇੱਕ ਪ੍ਰੋਸੈਸ ਆ, ਲੌਂਗ ਲਰਨਿੰਗ ਪ੍ਰੋਸੈਸ ਹੈ, ਮਤਲਬ ਕਿ ਕੰਟੀਨਿਊ ਪ੍ਰੋਸੈਸ ਆ, ਡੈਥ ਤੱਕ, ਟੌਮ ਤੱਕ ਇਹ ਜਿਹੜੀ ਡਿਵੈਲਪਮੈਂਟ ਹਮੇਸ਼ਾ ਚੱਲਦੀ ਰਹਿੰਦੀ ਹੈ। ਜਿਹੜੇ ਕਿ ਇਸਨੂੰ ਇਸ ਤਰ੍ਹਾਂ ਵੀ ਟਰਮ ਦੇ ਨਾਲ ਵੀ ਡਿਨੋਟ ਕੀਤਾ ਜਾ ਸਕਦਾ ਹੈ, ਡਾਇਨਾਮਿਕ ਪ੍ਰੋਸੈਸ। ਠੀਕ ਹੈ ਜੀ, ਅਗਰ ਤੁਹਾਡੇ ਡਾਇਨਾਮਿਕ ਪ੍ਰੋਸੈਸ ਆਇਆ ਤਾਂ ਤੁਸੀਂ ਗਲਤੀ ਨਾ ਕਰਨਾ। ਡਾਇਨਾਮਿਕ ਪ੍ਰੋਸੈਸ ਮਤਲਬ ਲਗਾਤਾਰ ਚੱਲਣ ਵਾਲਾ, ਉਸਨੂੰ ਡਿਵੈਲਪਮੈਂਟ ਹੈ, ਉਹਦਾ ਜਿਹੜਾ ਰਾਈਟ ਆਪਸ਼ਨ ਹੋਵੇਗਾ ਡਿਵੈਲਪਮੈਂਟ। ਹਾਂਜੀ, ਕੁਝ ਫੈਕਟਰ ਨੇ ਜਿਹੜਾ ਕਿ ਡਿਵੈਲਪਮੈਂਟ ਨੂੰ ਇਨਫਲੂਐਂਸ ਕਰਦੇ ਨੇ, ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਹੈਰੀਡਿਟੀ। ਦੇਖੋ, ਡਿਵੈਲਪਮੈਂਟ ਕਿਸ ਤੇ ਨਿਰਭਰ ਆ? ਹੈਰੀਡਿਟੀ ਤੇ। ਹੈਰੀਡਿਟੀ ਦਾ ਇੱਥੇ ਮਤਲਬ ਕੀ ਆ ਕਿ ਜੋ ਅੰਸ਼ ਆਪਾਂ ਨੂੰ ਟ੍ਰੇਡਸ ਦੀ ਗੱਲ ਕਰੀਏ, ਆਪਣੇ ਪੇਰੈਂਟਸ ਤੋਂ ਆਪਾਂ ਨੂੰ ਮਿਲਦੇ ਨੇ, ਜੋ ਆਪਾਂ ਨੂੰ ਆਦਤਾਂ, ਟ੍ਰੇਡਸ ਆਦਤਾਂ ਆਈਆਂ, ਆਦਤਾਂ, ਬਾਡੀ, ਸਰੀਰ ਮਿਲਦਾ ਹੈ, ਤੇ ਉਸਦੇ ਨਾਲ ਜੋ ਵੀ ਹੋਰ ਕਰੈਕਟਰ ਨੇ, ਜਿਵੇਂ ਕਿ ਨੋਜ਼ ਹੋ ਗਿਆ, ਨੱਕ ਹੋ ਗਿਆ, ਇਸ ਤਰ੍ਹਾਂ ਦੇ ਕਰੈਕਟਰ ਜੋ ਵੀ ਆਪਾਂ ਨੂੰ ਕਰੈਕਟਰਿਸਟਿਕ ਮਿਲਦੇ ਨੇ, ਉਹ ਆਪਣੇ ਪੇਰੈਂਟਸ ਤੋਂ ਮਿਲਦੇ ਨੇ। ਉਸ ਦੇ ਵਿੱਚ ਬੁੱਧੀ ਵੀ ਆਉਂਦੀ ਹੈ। ਤਾਂ ਉਹ ਹੈਰੀਡਿਟੀ ਫੈਕਟਰ ਕੀ ਹੈ ਕਿ ਜੋ ਆਪਾਂ ਨੂੰ ਆਪਣੇ ਮਾਪਿਆਂ ਤੋਂ ਮਿਲਣ ਵਾਲੇ ਗੁਣਾਂ ਨੂੰ ਆਪਾਂ ਹੈਰੀਡਿਟੀ ਫੈਕਟਰ ਕਹਾਂਗੇ, ਜੋ ਕਿ ਹੈਰੀਡਿਟੀ ਚੱਲਦਾ ਰਹਿੰਦਾ ਆ ਹਮੇਸ਼ਾ। ਆਪਾਂ ਦੇਖਦੇ ਹਾਂ ਕਿ ਆਪਾਂ ਆਪਣੇ ਮਾਤਾ ਪਿਤਾ ਦੇ ਕਿਤੇ ਨਾ ਕਿਤੇ ਆਪਣੇ ਨਾਲ ਜਿਹੜੇ ਕਿ ਟ੍ਰੇਡਸ, ਆਦਤਾਂ, ਬਾਡੀ ਜਾਂ ਇਸ ਤਰ੍ਹਾਂ ਕੁਛ ਇੱਦਾਂ ਦੀਆਂ ਜਿਹੜੀ ਕਿ ਕਾਮਨ ਦੇਖਣ ਨੂੰ ਮਿਲਦੀਆਂ ਨੇ। ਇਹੀ ਡਿਵੈਲਪਮੈਂਟ ਨੂੰ ਵੀ ਇਨਫਲੂਐਂਸ ਕਰਦੇ। ਅਗਰ ਹੈਰੀਡਿਟੀ ਫੈਕਟਰ ਵਧੀਆ ਹੋਏਗਾ ਤਾਂ ਉਹ ਡਿਵੈਲਪਮੈਂਟ, ਜੇਕਰ ਇੱਕ ਸਟੂਡੈਂਟ ਵਧੀਆ ਸੁਸਾਇਟੀ ਦੇ ਵਿੱਚ ਰਹਿੰਦਾ, ਉਹ ਅੱਗੇ ਜਾ ਕੇ ਜੋਬ ਕਰਦਾ ਆ, ਨੌਕਰੀ ਤੇ ਲੱਗ ਜਾਂਦਾ ਹੈ।
ਉਹਦਾ ਕੀ ਹੈ, ਹੈਰੀਡਿਟੀ ਫੈਕਟਰ ਉਹਦਾ ਆਏਗਾ, ਪੜ੍ਹਿਆ ਲਿਖਿਆ ਹੋਏਗਾ, ਉਹਦੇ ਬੱਚੇ ਵੀ ਪੜ੍ਹੇ ਲਿਖੇ ਹੋਣਗੇ, ਉਹਦੇ 'ਚ ਜੀਨਸ ਇਸ ਤਰ੍ਹਾਂ ਦੇ ਮਿਲਣਗੇ ਜਿਹੜੇ ਕਿ ਇੱਕ ਵਧੀਆ ਸੁਸਾਇਟੀ ਨੂੰ ਪ੍ਰਮੋਟ ਕਰਨਗੇ ਇਸ ਚੀਜ਼ਾਂ ਦੇ ਵੱਲ, ਹਨਾ। ਨੈਕਸਟ ਪੁਆਇੰਟ ਦੀ ਗੱਲ ਕਰਦੇ ਬਾਇਓਲੋਜੀ। ਹਾਂਜੀ, ਬਾਇਓਲੋਜੀ ਦੇ ਵਿੱਚ ਆਉਂਦੇ ਆ, ਬਾਇਓਲੋਜੀ ਫੈਕਟਰ ਵੀ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਉਸਦੇ ਵਿੱਚ ਬੋਡੀ ਆਰਗਨ ਹੋ ਗਏ, ਬੋਡੀ ਆਰਗਨਸ ਹੋ ਗਏ, ਸੈਲਸ ਹੋ ਗਏ, ਕੋਈ ਡਿਜ਼ੀਜ਼ ਹੋ ਗਈਆਂ, ਇਸ ਤਰ੍ਹਾਂ ਜਿਹੜੇ ਕਿ ਆਫਸਪ੍ਰਿੰਗ ਟੂ ਜਾਂਦੀਆਂ ਨੇ, ਪੇਰੈਂਟਸ ਤੋਂ ਬੱਚੇ ਤੱਕ ਜਾਂਦੀਆਂ ਨੇ, ਉਹ ਬਾਇਓਲੋਜੀਕਲ ਫੈਕਟਰ ਵੀ ਬਹੁਤ ਅਗਰ ਬਾਇਓਲੋਜੀਕਲ ਫੈਕਟਰ ਬਹੁਤ ਸਟਰੋਂਗ ਆ, ਮਤਲਬ ਕਿ ਬਾਇਓਲੋਜੀਕਲੀ ਇੱਕ ਚਾਈਲਡ ਬਹੁਤ ਸਟਰੋਂਗ ਆ, ਤਾਂ ਉਹਦੀ ਜਿਹੜੀ ਡਿਵੈਲਪਮੈਂਟ ਆ ਉਹ ਬਹੁਤ ਹੀ ਇੰਕਰੀਜ਼ਿੰਗ ਆਰਡਰ ਦੇ ਵਿੱਚ ਜਾਏਗੀ, ਬਹੁਤ ਤੇਜ਼ ਦੇ ਨਾਲ ਉਹਦੀ ਡਿਵੈਲਪਮੈਂਟ ਹੋਏਗੀ। ਉਸ ਤੋਂ ਬਾਅਦ ਨੈਕਸਟ ਪੁਆਇੰਟ ਆ ਤੀਸਰਾ ਹੈ ਇੰਟੈਲੀਜੈਂਸ। ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਅਗਰ ਇੰਟੈਲੀਜੈਂਸ ਉਸਦਾ ਆਈਕਿਊ ਲੈਵਲ ਕਿਸੇ ਸਟੂਡੈਂਟ ਦਾ ਜਾਂ ਕੈਂਡੀਡੇਟ ਦਾ, ਚਾਈਲਡ ਦਾ ਹਾਈ ਹੋਵੇਗਾ, ਉਹ ਜਲਦੀ ਲਰਨ ਕਰ ਲਏਗਾ ਚੀਜ਼, ਠੀਕ ਆ, ਲਰਨਿੰਗ ਪ੍ਰੋਸੈਸ ਉਹਦਾ ਤੇਜ਼ ਹੋਏਗਾ, ਲਰਨਿੰਗ ਪ੍ਰੋਸੈਸ ਦੀ ਸਪੀਡ ਜਿਹੜੀ ਬਹੁਤ ਤੇਜ਼ ਹੋਏਗੀ। ਅਗਰ ਉਹਦਾ ਆਈਕਿਊ ਲੈਵਲ ਬਹੁਤ ਘੱਟ ਆ, ਫਿਰ ਉਹ ਬਹੁਤ ਘੱਟ ਗਤੀ ਦੇ ਨਾਲ ਸਿੱਖੇਗਾ, ਘੱਟ ਗਤੀ ਦੇ ਨਾਲ ਸਿੱਖੇਗਾ। ਇਹ ਚੀਜ਼ਾਂ ਦਾ ਧਿਆਨ ਦੇਣਾ ਕਿ ਇੰਟੈਲੀਜੈਂਸ ਆਈਕਿਊ ਲੈਵਲ ਵੀ ਬਹੁਤ ਡਿਪੈਂਡ ਕਰਦਾ ਡਿਵੈਲਪਮੈਂਟ ਦੇ ਵਿੱਚ। ਨੈਕਸਟ ਹੈ ਇਮੋਸ਼ਨਲ ਫੈਕਟਰ ਦੀ ਗੱਲ ਕਰਦੇ ਆ। ਇਮੋਸ਼ਨਲ ਫੈਕਟਰ ਦੇ ਵਿੱਚ ਕੀ ਹੈ ਇੱਥੇ ਕਿ ਆਪਣੇ ਜੋ ਵੀ ਇਮੋਸ਼ਨਸ ਰਹਿੰਦੇ ਨੇ, ਤਾਂ ਉਹ ਅਗਰ ਆਪਣੇ ਕੋਲ ਕੰਟਰੋਲ ਦੇ ਵਿੱਚ ਨੇ, ਤਾਂ ਉਹਦੀ ਕੰਟਰੋਲ ਦੇ ਵਿੱਚ ਨਹੀਂ ਤੁਹਾਡੇ ਇਮੋਸ਼ਨਸ, ਤਾਂ ਉਹਦਾ ਜਿਹੜਾ ਡਿਵੈਲਪਮੈਂਟ ਆ ਜਾਂ ਵਿਕਾਸ ਹੈ ਬਹੁਤ ਤੇਜ਼ੀ ਨਾਲ ਹੋਵੇਗਾ ਤੇ ਆਪਾਂ ਨੂੰ ਵਿਕਾਸ ਦੇਖਣ ਨੂੰ ਮਿਲੇਗਾ। ਅਗਰ ਗੱਲ ਕਰੀਏ ਨੈਕਸਟ ਪੁਆਇੰਟ ਦੀ, ਤਾਂ ਸੋਸ਼ਲ ਨੇਚਰ ਦੀ ਗੱਲ ਕਰਦੇ ਹਾਂ। ਅਗਰ ਡਿਵੈਲਪਮੈਂਟ ਮੋਸਟਲੀ ਡਿਪੈਂਡ ਕਰਦੀ ਹੈ ਸੋਸ਼ਲ ਤੇ, ਸੁਸਾਇਟੀ ਉੱਪਰ। ਅਗਰ ਉਸਨੂੰ ਚੰਗੀ ਸੁਸਾਇਟੀ ਮਿਲੇਗੀ ਚਾਈਲਡ ਨੂੰ, ਤਾਂ ਉਹ ਚੰਗਾ ਸਿੱਖੇਗਾ। ਦੇਖੋ, ਸੁਸਾਇਟੀ ਅਗਰ ਪੜ੍ਹੀ ਲਿਖੀ ਹੋਵੇਗੀ ਤਾਂ ਬੱਚਾ ਪੜ੍ਹਿਆ ਲਿਖਿਆ ਹੋਵੇਗਾ। ਅਗਰ ਸੁਸਾਇਟੀ ਦਾਰੂ ਪੀਂਦੀ ਹੋਈ ਜਾਂ ਇਸ ਤਰ੍ਹਾਂ ਨਸ਼ੇ ਕਰਦੇ ਹੋਏ, ਤਾਂ ਉਹਨੂੰ ਸੁਸਾਇਟੀ ਤੋਂ ਸਿੱਖੇਗਾ। ਆਪਾਂ ਦੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਕਾਪੀ ਕਰਕੇ, ਅਨੁਕਰਨ ਦੇ ਦੁਆਰਾ ਸਿੱਖਦੇ ਨੇ। ਆਪਾਂ ਪੰਜਾਬੀ ਦੇ ਵਿੱਚ ਕੀਤਾ ਹੈ ਅਨੁਕਰਨ ਟੌਪਿਕ, ਆਪਾਂ ਤੇ ਅਨੁਕਰਨ ਦੇ ਦੁਆਰਾ ਸਿੱਖਦੇ ਆ, ਕਾਪੀ ਕਰਕੇ ਸਿੱਖਦੇ ਨੇ। ਉਹਨਾਂ ਦਾ ਇਮੇਜਿਨੇਸ਼ਨ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਸੁਸਾਇਟੀ ਦੇ ਵਿੱਚ ਜਿਸ ਤਰ੍ਹਾਂ ਦੀ ਸੁਸਾਇਟੀ ਉਹਨਾਂ ਨੂੰ ਪ੍ਰਮੋਟ ਕਰੇਗੀ, ਜੋ ਜੋ ਟ੍ਰੇਡਸ ਉਹਨਾਂ ਦੀ ਆਦਤਾਂ ਉਹਨਾਂ ਨੂੰ ਪ੍ਰਮੋਟ ਕਰੇਗੀ, ਤਾਂ ਉਹ ਕੀ ਹੋਵੇਗਾ, ਚਲਦੀ ਰਹੇਗੀ। ਇਸ ਤਰ੍ਹਾਂ ਸੋਸ਼ਲ ਨੇਚਰ ਜਿਹੜਾ ਰਹਿੰਦਾ ਆ, ਸੁਸਾਇਟੀ ਬਹੁਤ ਵੱਡਾ ਫੈਕਟਰ ਹੈਗਾ ਇਹਦੇ ਵਿੱਚ, ਡਿਵੈਲਪਮੈਂਟ ਦੇ ਵਿੱਚ। ਹਾਂਜੀ, ਨੈਕਸਟ ਪੁਆਇੰਟ ਦੀ ਗੱਲ ਕਰਦੇ ਆਪਾਂ, ਡਿਫਰੈਂਸ ਦੀ ਗੱਲ ਕਰੀਏ, ਮੋਸਟ ਇੰਪੋਰਟੈਂਟ ਗੱਲ ਕਰਦੇ ਆ, ਕਿਉਂਕਿ ਇਸ ਤਰ੍ਹਾਂ ਤੁਹਾਡੇ ਤੋਂ ਪੁੱਛਿਆ ਜਾ ਸਕਦਾ, ਇਸ ਕਰਕੇ ਮੈਂ ਜੋ ਇੰਪੋਰਟੈਂਟ ਹੈ ਉਹ ਡਿਸਕਸ ਕਰ ਰਿਹਾ ਨਾਲ ਨਾਲ। ਦੇਖੋ, ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਗਰੋਥ ਦੀ ਗੱਲ ਕਰੀਏ, ਗਰੋਥ ਕੀ ਹੈ, ਕੁਆਂਟੀਟੇਟਿਵ। ਉਸਨੂੰ ਆਪਾਂ ਜਿਹੜੀ ਕਿ ਬਾਹਰੀ ਤੌਰ ਤੇ ਦੇਖ ਕੇ ਪਛਾਣ ਸਕਦੇ ਆ ਵੀ ਇਹ ਗਰੋਥ ਹੈ। ਅਗਰ ਗੱਲ ਕਰੀਏ ਡਿਵੈਲਪਮੈਂਟ ਦੀ, ਤਾਂ ਡਿਵੈਲਪਮੈਂਟ ਕੀ ਆ, ਉਹ ਬਹੁਤ ਹੈ, ਉਸਨੂੰ ਆਪਾਂ ਦੇਖ ਵੀ ਸਕਦੇ ਆ ਤੇ ਅੰਦਰੂਨੀ ਵੀ ਦੇਖ ਸਕਦੇ ਆ, ਤਾਂ ਆਪਾਂ ਪਛਾਣ ਵੀ ਸਕਦੇ ਆ, ਓਬਜ਼ਰਵ ਵੀ ਕਰ ਸਕਦੇ ਆ। ਇਸ ਤਰ੍ਹਾਂ ਕੀ ਆ, ਓਬਜ਼ਰਵ ਕਰ ਸਕਦੇ ਆ, ਦੇਖ ਸਕਦੇ ਆ, ਉਸ ਤੋਂ ਆਪਾਂ ਨੂੰ ਡਿਵੈਲਪਮੈਂਟ ਦਾ ਪਤਾ ਲੱਗ ਜਾਂਦਾ। ਹਾਂਜੀ, ਗਰੋਥ ਕੀ ਇੱਕ ਪਾਰਟ ਆ ਡਿਵੈਲਪਮੈਂਟ ਦਾ, ਕੀ ਹੈ, ਇੱਕ ਪਾਰਟ ਹੈ। ਦੇਖੋ, ਡਿਵੈਲਪਮੈਂਟ ਦੀ ਗੱਲ ਕਰੀਏ, ਉਹਦਾ ਇੱਕ ਹਿੱਸਾ ਹੈ, ਕੀ ਹੈ, ਗਰੋਥ ਇਹਦਾ ਹਿੱਸਾ ਆ। ਨੈਕਸਟ ਪੁਆਇੰਟ ਦੀ ਗੱਲ ਕਰਦੇ ਆ, ਗਰੋਥ ਇਜ਼ ਦਾ ਰੈਸਟ੍ਰਿਕਟਡ ਟੂ ਫਿਜ਼ੀਕਲੀ ਐਸਪੈਕਟ ਓਨਲੀ। ਹਾਂਜੀ, ਇਹਦੀ ਗੱਲ ਕਰ ਦਈਏ, ਗਰੋਥ ਕੀ ਹੈ, ਇੱਕ ਫਿਜ਼ੀਕਲੀ ਐਸਪੈਕਟ ਆ, ਓਨਲੀ ਫਿਜ਼ੀਕਲੀ, ਹੋਰ ਕੋਈ ਐਸਪੈਕਟ ਨਹੀਂ ਦੇਖਣ ਨੂੰ ਮਿਲੇ। ਦੇਖੋ, ਗਰੋਥ ਫਿਜ਼ੀਕਲੀ ਐਸਪੈਕਟ ਦੀ ਗੱਲ ਕਰੀਏ, ਹਾਈਟ ਦੇ ਵਿੱਚ ਇੰਕਰੀਜ਼ ਹੋਏਗਾ, ਬੋਡੀ ਸਟਰਕਚਰ ਚੇਂਜ ਹੋ ਜਾਏਗਾ ਬੱਚੇ ਦਾ, ਉਸ ਤੋਂ ਬਾਅਦ ਉਹਦਾ ਜਿਹੜੇ ਕਿ weight ਇੰਕਰੀਜ਼ ਹੋ ਜਾਏਗਾ। ਇਸ ਤਰ੍ਹਾਂ ਜੀ ਚੱਲਦਾ ਰਹਿੰਦਾ ਹੈ, ਇਸ ਤਰ੍ਹਾਂ ਇਹ ਚੱਲਦਾ ਰਹਿੰਦਾ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਪੁਆਇੰਟ ਦੀ, ਜਿਹੜਾ ਕਿ ਡਿਵੈਲਪਮੈਂਟ ਦੇ ਵਿੱਚ ਆਉਂਦਾ ਹੈ। ਡਿਵੈਲਪਮੈਂਟ ਦੇ ਵਿੱਚ ਕੀ ਗੱਲ ਕੀਤੀ ਹੈ ਇੱਥੇ, ਡਿਵੈਲਪਮੈਂਟ ਇੰਕਲੂਡਿੰਗ ਆਲ ਐਸਪੈਕਟ ਸਚ ਐਜ਼ ਫਿਜ਼ੀਕਲੀ, ਕੋਗਨੈਟਿਵ, ਇਮੋਸ਼ਨਲ ਐਂਡ ਸੋਸ਼ਲ। ਦੇਖੋ, ਸਾਰੇ ਐਸਪੈਕਟ ਇਹਦੇ ਵਿੱਚ ਮੈਂਸ਼ਨ ਕੀਤੇ ਗਏ ਆ ਡਿਵੈਲਪਮੈਂਟ ਦੇ ਵਿੱਚ। ਮੈਂ ਉਸੇ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਡਿਵੈਲਪਮੈਂਟ ਇੱਕ ਹਿੱਸਾ ਹੈ ਗਰੋਥ ਇੱਕ ਹਿੱਸਾ ਹੈ ਡਿਵੈਲਪਮੈਂਟ ਦਾ। ਇਹਦੇ ਵਿੱਚ ਕੀ ਹੈ, ਫਿਜ਼ੀਕਲੀ ਐਸਪੈਕਟ ਵੀ ਆ ਰਿਹਾ, ਕੋਗਨੈਟਿਵ ਵੀ, ਇਮੋਸ਼ਨਲੀ ਵੀ, ਸੋਸ਼ਲ ਵੀ, ਪਰ ਗਰੋਥ ਦੇ ਵਿੱਚ ਓਨਲੀ ਫਿਜ਼ੀਕਲ ਆਏਗਾ। ਦੇਖੋ, ਕੋਗਨੈਟਿਵ ਜਿਹੜੀ ਕਿ ਡਿਵੈਲਪਮੈਂਟ ਆ ਜਾਂ ਇਮੋਸ਼ਨ ਆ, ਉਹਨੂੰ ਆਪਾਂ ਫੀਲ ਕਰ ਸਕਦੇ ਹਾਂ, ਉਹਨੂੰ ਆਪਾਂ ਓਬਜ਼ਰਵ ਕਰ ਸਕਦੇ ਹਾਂ, ਬਟ ਉਹਨੂੰ ਆਪਾਂ ਮੇਜ਼ਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰਦੇ, ਤੀਸਰਾ ਹੈ ਗਰੋਥ। ਦੇਖੋ, ਗਰੋਥ ਇੱਕ ਟਾਈਮ ਤੇ ਆ ਕੇ ਰੁਕ ਜਾਂਦੀ ਹੈ, ਸਰਟੇਨ ਪੀਰੀਅਡ ਤੇ ਆ ਕੇ ਲਾਈਫ ਦੇ ਵਿੱਚ, ਬਟ ਡਿਵੈਲਪਮੈਂਟ ਹਮੇਸ਼ਾ ਕੰਟੀਨਿਊ ਪ੍ਰੋਸੈਸ ਰਹਿੰਦੀ ਹੈ, ਡਾਇਨਾਮਿਕ ਪ੍ਰੋਸੈਸ ਦੇ ਵਿੱਚ ਰਹਿੰਦੀ ਹੈ, ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ। ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ, ਗਰੋਥ ਕੈਨ ਬੀ ਮੇਜ਼ਰ। ਹਾਂਜੀ, ਉਹਨੂੰ ਮਾਪਿਆ ਜਾ ਸਕਦਾ ਹੈ, ਪਰ ਉਹ ਡਿਵੈਲਪਮੈਂਟ ਦੀ ਗੱਲ ਕਰੀਏ ਓਨਲੀ ਵਿਦ ਅਸੈਸ, ਆਪਾਂ ਉਸ ਨੂੰ ਪਛਾਣ ਸਕਦੇ ਹਾਂ ਵੀ ਇਹਦੀ ਡਿਵੈਲਪਮੈਂਟ ਹੋ ਰਹੀ ਆ ਜਾਂ ਹੋਈ ਆ।
ਦੇਖੋ ਮੇਜਰ ਐਪ ਤਾਂ ਮਾਪਣਾ ਹੋ ਗਿਆ, ਇੱਕ ਅੰਦਾਜ਼ਾ ਲਗਾਉਣਾ ਜਾਂ ਉਸਨੂੰ observe ਕਰ ਲੈਣਾ, ਇਹ ਦੋਨਾਂ ਵਿੱਚ ਫ਼ਰਕ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੀ ਹੈ, ਸਟਰਕਚਰਲ ਚੇਂਜ ਆਉਂਦਾ। ਬਟ ਇਹਦੇ ਵਿੱਚ ਕੀ ਆ, ਡਿਵੈਲਪਮੈਂਟ ਦੇ ਵਿੱਚ ਸਟਰਕਚਰ ਐਂਡ ਫੰਕਸ਼ਨਲ ਚੇਂਜ, ਜੋ ਵੀ ਸਟਰਕਚਰ ਚੇਂਜ ਆਉਂਦਾ ਬੋਡੀ ਦੇ ਵਿੱਚ ਐਂਡ ਹਿਊਮਨ ਦੇ ਵਿੱਚ, ਐਂਡ ਫੰਕਸ਼ਨਲ ਚੇਂਜ ਜੋ ਆਉਂਦਾ ਹੈ ਉਸ ਨੂੰ ਆਪਾਂ ਡਿਵੈਲਪਮੈਂਟ ਕਹਾਂਗੇ। ਮੋਸਟ ਇੰਪੋਰਟੈਂਟ 5 ਜਿਹੜੇ ਕਿ ਪੁਆਇੰਟ ਮੈਂ ਡਿਸਕਸ ਕੀਤੇ ਨੇ ਤੁਹਾਡੇ ਨਾਲ, ਪੰਜਾਬੀ ਐਂਡ ਇੰਗਲਿਸ਼ ਦੇ ਵਿੱਚ ਦੋਨਾਂ ਦੇ ਵਿੱਚ ਹੀ ਤੁਹਾਨੂੰ ਸਟੱਡੀ ਮਟੀਰੀਅਲ ਮਿਲ ਰਿਹਾ ਹੈ, ਤੁਸੀਂ ਇੱਥੇ ਆ ਕੇ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹੋ। ਦੇਖੋ ਮੋਸਟ ਇੰਪੋਰਟੈਂਟ ਹੈ, ਇਸ ਨੂੰ ਨਾ ਭੁੱਲਿਓ। ਉਸ ਤੋਂ ਬਾਅਦ ਗੱਲ ਕਰਦੀ ਹੈ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਕਿੰਨੇ ਪ੍ਰਕਾਰ ਦਾ ਹੈ, ਦੇਖਿਓ ਤੇ 5 ਪ੍ਰਕਾਰ ਦਾ ਹੈ। ਸਭ ਤੋਂ ਪਹਿਲਾਂ ਹੈ ਫਿਜ਼ੀਕਲੀ, ਸੌਰੀ ਇੱਥੇ ਫਿਜ਼ੀਕਲ ਹੈ, ਦੂਸਰਾ ਹੈ ਸੋਸ਼ਲ, ਤੀਸਰਾ ਹੈ ਕੋਗਨੈਕਟਿਵ, ਚੌਥਾ ਹੈ ਲੈਂਗੁਏਜ ਐਂਡ ਪੰਜਵਾਂ ਹੈ ਇਮੋਸ਼ਨ ਐਂਡ 6 ਨੰਬਰ ਤੇ ਜੋ ਹੈ ਮੋਰਲ ਜਾਂ ਨੈਤਿਕ ਵਿਕਾਸ ਕਹਿ ਸਕਦੇ ਆ, ਭਾਸ਼ਾ ਦਾ ਵਿਕਾਸ। ਇਸ ਤਰ੍ਹਾਂ ਹੀ ਬੌਧਿਕ ਸਾਰੇ ਆਪਾਂ ਡਿਸਕਸ ਕਰਨ ਵਾਲੇ ਆ 1v1 ਕਰਕੇ। ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ, ਉਹੀ ਡਿਟੇਲ ਡਿਸਕਸ ਕਰਾਂਗੇ ਜਿਹੜਾ ਕਿ ਹਮੇਸ਼ਾ ਪੇਪਰ ਦੇ ਵਿੱਚ ਆਉਂਦੇ ਨੇ। ਦੇਖੋ ਫਿਜ਼ੀਕਲੀ ਡਿਵੈਲਪਮੈਂਟ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਪੁੱਛਿਆ ਜਾਂਦਾ ਵੇਟ ਕਿਸ ਤਰ੍ਹਾਂ ਹੈ, ਇਹ ਹਾਈਟ ਨੂੰ ਲੈ ਕੇ ਇਸ ਤਰ੍ਹਾਂ, ਪਰ ਉਹਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਟੌਪਿਕ ਪੁੱਛਿਆ ਜਾਂਦਾ ਮੋਟਰ ਸਕਿੱਲਸ ਜਾਂ ਮੋਟਰ ਡਿਵੈਲਪਮੈਂਟ। ਤਾਂ ਉਹ ਆਪਾਂ ਡਿਸਕਸ ਕਰਨ ਵਾਲੇ ਆ ਇੱਥੇ। ਇਹਦੇ ਵਿੱਚ ਮੈਂ ਜਿਹੜੇ ਕਿ ਡਾਰਕ ਵੀ ਕੀਤਾ ਹੋਇਆ ਇਸ ਨੂੰ, ਕਿ ਡਾਰਕ ਕਰਕੇ ਪਤਾ ਲੱਗ ਜਾਏ। ਹਾਂਜੀ, ਪੁਆਇੰਟ ਨੂੰ ਰੀਡ ਕਰਦੇ ਆ। ਫਿਜ਼ੀਕਲੀ ਡਿਵੈਲਪਮੈਂਟ, ਸਭ ਤੋਂ ਪਹਿਲਾਂ ਫਿਜ਼ੀਕਲੀ ਦਾ ਆਪਾਂ ਗੱਲ ਕਰਦੇ, ਫਿਜ਼ੀਕਲੀ ਸਰੀਰਕ ਵਿਕਾਸ ਦੀ। ਤਾਂ ਸਰੀਰਕ ਵਿਕਾਸ ਇੱਕ ਬੋਡੀ ਸਟਰਕਚਰ ਦੇ ਵਿੱਚ ਜੋ ਵੀ ਚੇਂਜ ਆਉਂਦਾ, ਮਸਲ ਦੇ ਵਿੱਚ, ਬੋਨ ਦੇ ਵਿੱਚ ਐਂਡ ਔਰਗਨ ਦੇ ਵਿੱਚ, ਉਹਨਾਂ ਨੂੰ ਕੀ ਕਹਾਂਗੇ, ਫਿਜ਼ੀਕਲੀ ਡਿਵੈਲਪਮੈਂਟ। ਤਾਂ ਫਿਜ਼ੀਕਲੀ ਡਿਵੈਲਪਮੈਂਟ ਜਾਂ ਸਰੀਰਕ ਵਿਕਾਸ ਕਿਸ ਨੂੰ ਕਹਾਂਗੇ, ਜਿੰਨਾ ਕਿ ਮਾਸਪੇਸ਼ੀਆਂ, ਹੱਡੀਆਂ ਤੇ ਅੰਗਾਂ ਸਮੇਤ ਬਣਨ ਵਾਲੇ ਜਿੰਨਾ ਵੀ ਵਿਕਾਸ ਦਰਸਾਉਂਦਾ ਹੈ, ਉਸ ਨੂੰ ਆਪਾਂ ਸਰੀਰਕ ਵਿਕਾਸ ਕਹਾਂਗੇ। ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ। ਨੈਕਸਟ ਪੁਆਇੰਟ ਆਪਣੇ ਸਾਹਮਣੇ ਹੈ ਕਿ ਮੋਟਰ ਸਕਿੱਲ ਦੀ ਗੱਲ ਕੀਤੀ ਗਈ ਹੈ ਇੱਥੇ, ਮੋਸਟ ਇੰਪੋਰਟੈਂਟ ਹੈ, ਇਹ ਵੀ ਮੈਂ ਦੱਸ ਦਿੰਦਾ, ਕਿਉਂਕਿ ਮੋਟਰ ਸਕਿੱਲ ਵੀ ਅੱਗੇ 2 ਟਾਈਪਸ ਦੀ ਹੈ, 2 ਪ੍ਰਕਾਰ ਦੀ, ਉਹ ਆਪਾਂ ਪੜਾਂਗੇ ਇਹਦੇ ਵਿੱਚ। ਮੋਟਰ ਸਕਿੱਲ ਦੇ ਵਿੱਚ ਕੀ ਆ ਕਿ ਇੱਕ ਕੰਟਰੋਲ ਓਵਰ ਵੋਨਸ, ਵੀ ਕਿਸ ਤਰ੍ਹਾਂ ਕੰਟਰੋਲ ਕਰਨਾ, ਮੀਨਸ ਇਹਦਾ ਮਤਲਬ ਕੀ ਹੈ ਕਿ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਬੋਨ ਦੇ ਉੱਪਰ, ਮਸਲ ਦੇ ਉੱਤੇ ਐਂਡ ਅਦਰ ਪਾਰਟ ਆਫ ਬੋਡੀ, ਹੈਲਪ ਟੂ ਮੈਨੂਪੂਲੇਟ ਦਾ ਇਨਵਾਇਰਮੈਂਟ। ਇਨਵਾਇਰਮੈਂਟ ਦੇ ਵਿੱਚ ਜਿਹੜਾ ਕਿ ਰਹਿਣ ਦੇ ਲਈ, ਅਨੁਕੂਲਿਤ ਬਣਾਉਣ ਦੇ ਲਈ ਜੋ ਉਹਨਾਂ ਨੂੰ ਸਹਾਇਤਾ ਕਰ ਸਕਦਾ, ਉਹ ਮੋਟਰ ਸਕਿੱਲ ਕਰਦੀ ਹੈ। ਤਾਂ ਉਹ ਬੋਨਸ, ਮਸਲਸ, ਮਾਸਪੇਸ਼ੀਆਂ ਐਂਡ ਅਦਰ ਆਰਗਨਸ ਆਫ ਬੋਡੀ, ਜਿਸ ਤਰ੍ਹਾਂ ਵੀ ਬੋਡੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਹਿੱਸੇ ਨੇ, ਜਿਹੜੀ ਕਿ ਆਪਾਂ ਨੂੰ ਇਨਵਾਇਰਮੈਂਟ ਦੇ ਵਿੱਚ ਰਹਿਣ ਦੇ ਲਈ ਜਾਂ ਫਿਜ਼ੀਕਲੀ ਡਿਵੈਲਪਮੈਂਟ ਦੇ ਵਿੱਚ ਬਹੁਤ ਹਿੱਸਾ ਕਰਦੇ, ਬਹੁਤ ਵੱਡਾ ਹਿੱਸਾ ਹੈ। ਤਾਂ ਮੋਟਰ ਸਕਿੱਲ ਨੂੰ ਆਪਾਂ ਡਿਟੇਲ ਦੇ ਨਾਲ ਪੜਾਂਗੇ, ਕਿਉਂਕਿ ਇਹਦੇ ਵਿੱਚ ਹਮੇਸ਼ਾ MCQ ਪੁੱਛਿਆ ਜਾਂਦਾ ਨੇ। ਸਭ ਤੋਂ ਦੇਖੋ ਡਿਫਰੈਂਸ ਦੇ ਉੱਪਰ MCQ ਪੁੱਛਿਆ ਜਾਂਦਾ ਹੈ, ਗਰੋਥ ਐਂਡ ਡਿਵੈਲਪਮੈਂਟ ਦੇ ਜੋ ਵੀ ਡਿਫਰੈਂਸ ਰਹਿੰਦਾ ਹੈ। ਇੱਕ MCQ ਜਿਹੜਾ ਕਿ ਰਹਿੰਦਾ ਹੈ ਮੋਟਰ ਸਕਿੱਲ ਦੇ ਵਿੱਚੋਂ। ਹੁਣ ਆਪਾਂ ਫਿਜ਼ੀਕਲੀ ਡਿਵੈਲਪਮੈਂਟ ਦੇ ਵਿੱਚ ਹੈ ਮੋਟਰ ਸਕਿੱਲ ਦੀ ਗੱਲ ਕਰਾਂਗੇ। ਤਾਂ ਮੋਟਰ ਸਕਿੱਲ ਕਿੰਨੇ ਟਾਈਪ ਦਾ, 2 ਟਾਈਪਸ। ਤਾਂ ਸਭ ਤੋਂ ਪਹਿਲਾਂ ਹੈ ਗ੍ਰੋਸ ਮੋਟਰ ਸਕਿੱਲ। ਤਾਂ ਗ੍ਰੋਸ ਮੋਟਰ ਸਕਿੱਲ ਕੀ ਹੈ, ਗ੍ਰੋਸ ਦਾ ਮਤਲਬ ਕਿ ਵੱਡੀਆਂ ਵੱਡੀਆਂ ਚੀਜ਼ਾਂ, ਇਹਦਾ ਮਤਲਬ ਵੱਡੀਆਂ ਚੀਜ਼ਾਂ ਬਾਰੇ, ਹਨਾ। ਉਸ ਤੋਂ ਬਾਅਦ ਮੋਟਰ ਸਕਿੱਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਇਹ ਵਿਚ ਇਨਵੋਲਵ ਟੂ ਡਿਵੈਲਪਮੈਂਟ ਆਫ ਦਾ ਲਾਰਜ ਮਸਲ ਇਨ ਦਾ ਬੋਡੀ ਆਫ ਚਾਈਲਡ। ਹਾਂਜੀ, ਜਿਹੜੇ ਕਿ ਵੱਡੇ ਮਸਲਸ ਹੁੰਦੇ ਨੇ, ਮਾਸਪੇਸ਼ੀਆਂ ਹੁੰਦੇ ਨੇ, ਜਦੋਂ ਆਪਾਂ ਉਹਨਾਂ ਦਾ ਯੂਜ਼ ਕਰਕੇ ਕੋਈ ਕੰਮ ਕਰਦੇ ਹਾਂ ਤਾਂ ਉਸ ਨੂੰ ਕੀ ਕਹਾਂਗੇ, ਗ੍ਰੋਸ ਮੋਟਰ। ਜਿਹੜੀਆਂ ਵੱਡੀਆਂ ਚੀਜ਼ਾਂ ਰਹਿੰਦੀਆਂ ਨੇ, ਜਿਵੇਂ ਕਿ ਮਸਲ ਹੋ ਗਏ, ਵੱਡੀਆਂ ਬੋਨਸ ਹੋ ਗਈਆਂ, ਇਹਦੇ ਵਿੱਚ ਪੁੱਛਿਆ ਜਾ ਸਕਦਾ ਗ੍ਰੋਸ ਮੋਟਰ ਦਾ ਮਤਲਬ ਦੱਸਿਆ ਹੋਏਗਾ, ਜਾਂ ਫਿਰ ਐਕਟੀਵਿਟੀਆਂ ਪੁੱਛੀਆਂ ਜਾ ਸਕਦੀਆਂ, ਐਕਟੀਵਿਟੀਜ਼, ਜੋ ਵੀ ਐਕਟੀਵਿਟੀ ਹੁੰਦੀ ਹੈ ਤਾਂ ਉਹ ਇੱਥੇ ਐਕਟੀਵਿਟੀ ਵੀ ਪੁੱਛੀ ਜਾ ਸਕਦੀ ਹੈ MCQ ਦੇ ਵਿੱਚ। ਦੇਖੋ ਇਹਦੇ ਵਿੱਚ ਕੀ ਹੈ, ਹੈਲਪ ਟੂ ਸਿਟ, ਸਟੈਂਡ, ਵਾਕ, ਰਨ, ਪਲੇਇੰਗ, ਇਸ ਤਰ੍ਹਾਂ ਦੀ ਜੋ ਸਕਿੱਲਸ ਆ ਉਹ ਗ੍ਰੋਸ ਮੋਟਰ ਦੇ ਵਿੱਚ ਆਏਗੀ, ਜੋ ਵੱਡੀਆਂ ਜਿਹੜੀਆਂ ਮਾਸਪੇਸ਼ੀਆਂ ਦਾ ਯੂਜ਼ ਹੁੰਦਾ, ਜਾਂ ਆਪਾਂ ਕਹਿ ਸਕਦੇ ਹਾਂ ਬੋਡੀ ਆਰਗਨ ਦਾ ਯੂਜ਼ ਹੁੰਦਾ, ਹੱਡੀਆਂ ਦਾ ਯੂਜ਼ ਹੁੰਦਾ, ਉਹ ਗ੍ਰੋਸ ਮੋਟਰ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਜਿਹੜਾ ਸੈਕੰਡ ਪੁਆਇੰਟ ਆਪਣੇ ਕੋਲ ਹੈ, ਉਹ ਹੈ ਫਾਈਨ ਮੋਟਰ ਡਿਵੈਲਪਮੈਂਟ। ਫਾਈਨ ਮਤਲਬ ਕਿ ਬਹੁਤ ਛੋਟੀਆਂ। ਹਾਂਜੀ, ਹੁਣ ਇਹਨੂੰ ਆਪਾਂ ਰੀਡ ਕਰਾਂਗੇ। ਸਮਾਲ ਮਸਲਸ ਆਫ ਬੋਡੀ, ਜਿਹੜੇ ਕਿ ਸਪੈਸ਼ਲੀ ਇਨ ਹੈਂਡ। ਦੇਖੋ ਆਪਾਂ ਗੱਲ ਕਰੀਏ ਸਮਾਲ, ਜਿਹੜਾ ਆਪਾਂ ਕੋਈ ਕੰਮ ਕਰਦੇ ਉਹਦੇ ਵਿੱਚ ਸਮਾਲ ਮਸਲ ਦਾ ਯੂਜ਼ ਕੀਤਾ ਹੋਵੇ, ਸਪੈਸ਼ਲੀ ਜਿਵੇਂ ਹੈਂਡ। ਜਿਵੇਂ ਕਿ ਮੰਨ ਲਓ ਉਹਦੇ ਵਿੱਚ ਐਕਟੀਵਿਟੀਜ਼ ਮੰਨ ਲਓ ਕਿਸ ਤਰ੍ਹਾਂ ਦੀ ਹੋਣਗੀਆਂ, ਜਿਵੇਂ ਕਿ ਆਪਾਂ ਲਿਖਣਾ ਹੈ, ਰਾਈਟਿੰਗ ਹੈ, ਡਰਾਇੰਗ ਹੈ, ਥਰੋਇੰਗ ਹੈ, ਗ੍ਰੈਪਿੰਗ ਹੈ, ਮਤਲਬ ਪਕੜਨਾ ਹੈ, ਫੜਨਾ ਹੈ, ਸੁੱਟਣਾ ਹੈ, ਡਰਾਇੰਗ ਕਰਨਾ ਹੈ, ਲਿਖਣਾ ਹੈ। ਇਹ ਸਾਰੀਆਂ ਜਿਹੜੀਆਂ ਬਹੁਤ ਛੋਟੀਆਂ ਜਿਹੜੀਆਂ ਮਾਸਪੇਸ਼ੀਆਂ ਯੂਜ਼ ਹੁੰਦੀਆਂ ਨੇ ਇਹਦੇ ਵਿੱਚ। ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ
ਨੈਕਸਟ ਪੁਆਇੰਟ ਦੀ ਨਜ਼ਰ ਮਾਰ ਲਈਏ ਗ੍ਰੋਸ ਮੋਟਰ ਐਂਡ ਫਾਈਨ ਮੋਟਰ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਮਝ ਲੱਗਿਆ ਹੋਣਾ। ਗ੍ਰੋਸ ਮੋਟਰ ਉਹ ਨਹੀਂ, ਫਿਰ ਤੋਂ ਰਿਪੀਟ ਕਰ ਲੈਣਾ। ਗ੍ਰੋਸ ਮੋਟਰ ਉਹ ਨੇ ਜਿਹੜੇ ਵੱਡੀਆਂ ਮਾਸਪੇਸ਼ੀਆਂ ਜਾਂ ਬੋਨਸ ਆਪਾਂ ਨੂੰ ਹੈਲਪ ਕਰਦੀਆਂ ਕਿਸੇ ਵੀ ਕੰਮ ਕਰਨ ਦੇ ਵਿੱਚ, ਉਹ ਐਕਟੀਵਿਟੀ ਹੈ ਸਿਟ, ਸਟੈਂਡ, ਵਾਕ, ਰਨ। ਅਗਰ ਗੱਲ ਕਰੀਏ ਫਾਈਨ, ਫਾਈਨ ਮਤਲਬ ਛੋਟੀਆਂ, ਜਿਹੜੀਆਂ ਮੋਟਰਸ ਡਿਵੈਲਪਮੈਂਟ ਦੀ ਗੱਲ ਕਰਦੇ ਆ, ਉਹ ਮਸਲਸ ਜਾਂ ਉਹ ਬੋਡੀ ਆਰਗਨਸ ਜਿਹੜੇ ਕਿ ਸਪੈਸ਼ਲੀ ਬਹੁਤ ਛੋਟੇ ਛੋਟੇ ਹੁੰਦੇ ਨੇ, ਆਪਾਂ ਨੂੰ ਕੰਮ ਕਰਨ ਦੇ ਵਿੱਚ ਮਦਦ ਕਰਦੇ ਨੇ, ਜਿਵੇਂ ਰਾਈਟਿੰਗ, ਡਰਾਇੰਗ, ਰੋਇੰਗ, ਗ੍ਰੈਪਿੰਗ, ਆਪਾਂ ਪਕੜਨੀ ਚੀਜ਼, ਜਿਹੜੇ ਉਂਗਲਾਂ ਦਾ ਯੂਜ਼ ਕਰਦੇ ਆ। ਇੱਕ ਵੱਡਾ ਮਸਲ ਹੋ ਗਿਆ, ਇੱਕ ਛੋਟਾ ਮਸਲ, ਮਸਲਸ ਹੋ ਗਏ, ਬੋਨਸ ਹੋ ਗਈਆਂ। ਆਈ ਹੋਪ ਕਿ ਸਮਝ ਲੱਗਿਆ ਹੋਣਾ। ਨੈਕਸਟ ਚੱਲਦੇ ਆ ਆਪਣੇ ਕੋਲੇ ਕੋਗਨੈਕਟਿਵ ਐਂਡ ਇੰਟੈਕਚੁਅਲ ਡਿਵੈਲਪਮੈਂਟ। ਬੌਧਿਕ ਵਿਕਾਸ ਦੀ ਗੱਲ ਕਰਦੇ ਆ। ਇੱਥੇ ਬੌਧਿਕ ਵਿਕਾਸ ਕਿਸ ਨਾਲ ਜਿਹੜਾ ਸੰਬੰਧਿਤ ਹੈ, ਦੇਖੋ ਇਹਦੇ ਵਿੱਚ ਹੈ ਬਹੁਤ ਡੀਪਲੀ ਆਪਾਂ ਨਹੀਂ ਜਾਵਾਂਗੇ, ਮੇਨ ਡਿਸਕਸ ਕਰਾਂਗੇ। ਇੰਟੈਕਚੁਅਲੀ ਐਬਿਲਿਟੀ ਹੁੰਦੀ ਹੈ ਕਿ ਆਪਾਂ ਥਿੰਕ ਕਰ ਸਕਦੇ, ਰੀਜ਼ਨਿੰਗ ਦੇ ਬਾਰੇ ਸੋਚ ਸਕੀਏ, ਰੀਜ਼ਨਿੰਗ ਤਰਕ ਦੇ ਨਾਲ ਆਪਾਂ ਪੜ੍ਹ ਸਕੀਏ। ਦੇਖੋ ਜਦੋਂ ਸੋਚਣ ਇੱਕ ਬੱਚਾ ਹੈ ਉਹ ਸੋਚਣਾ ਸਿੱਖੇਗਾ। ਦੇਖੋ ਸੋਚਣਾ ਕਿਵੇਂ ਹੈ, ਥਿੰਕ ਕਿਵੇਂ ਕਰੇਗਾ, ਸੋਚਣਾ ਉਸਦੇ ਬਾਰੇ, ਉਸ ਤਰਕ ਦੇ ਨਾਲ, ਰੀਜ਼ਨਿੰਗ ਦੇ ਨਾਲ ਜੋ ਵੀ ਗੱਲ ਕਰੇਗਾ। ਉਸ ਤੋਂ ਬਾਅਦ ਇਹ ਜਿਹੜਾ ਕਿ ਇੰਟੈਕਚੁਅਲੀ ਡਿਵੈਲਪਮੈਂਟ ਰਹਿੰਦੀ ਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਪੁਆਇੰਟ ਦੀ, ਇਮੇਜਿਨੇਸ਼ਨ। ਇਸ ਦੇ ਨਾਲ ਕੀ ਹੈ ਕਿ ਥਿੰਕਿੰਗ ਐਂਡ ਰੀਜ਼ਨਿੰਗ ਦੇ ਨਾਲ ਕੀ ਹੈਲਪ ਹੁੰਦਾ ਹੈ ਸਟੂਡੈਂਟ ਦੇ ਜਾਂ ਚਾਈਲਡ ਦੇ, ਉਹ ਕੀ ਕਰ ਸਕਦਾ ਇਸ ਨਾਲ ਕੋਗਨੈਕਟਿਵ ਡਿਵੈਲਪਮੈਂਟ ਦੇ ਵਿੱਚ ਹੈ, ਇਮੇਜਿਨੇਸ਼ਨ ਕਰ ਸਕਦਾ ਹੈ। ਇਮੇਜਿਨੇਸ਼ਨ ਕਿ ਕਲਪਨਾ ਕਰ ਸਕਦਾ ਹੈ ਕਿਸੇ ਵੀ ਚੀਜ਼ ਦੀ। ਮੈਮਰੀ ਕਿ ਉਹ ਯਾਦ ਰੱਖ ਸਕਦਾ ਹੈ। ਪ੍ਰੋਬਲਮ ਸੋਲਵਿੰਗ, ਜੋ ਵੀ ਉਹਨੂੰ ਪ੍ਰੋਬਲਮ ਆਉਂਦੀ ਆ ਉਹ ਆਪਣੀ ਕਿਸੇ ਨਾਲ ਕੋਗਨੈਕਟਿਵ ਡਿਵੈਲਪਮੈਂਟ ਦੇ ਨਾਲ ਜਾਂ ਇੰਟੈਕਚੁਅਲੀ ਆਈਕਿਊ ਲੈਵਲ ਦੇ ਨਾਲ ਜਾਂ ਆਈਕਿਊ ਨਾਲ ਆਪਣੀ ਪ੍ਰੋਬਲਮ ਸੋਲਵ ਕਰ ਸਕਦਾ ਹੈ। ਦੇਖੋ ਜੋ ਵੀ ਕੰਮ ਹੁੰਦੇ ਨੇ ਮੋਸਟਲੀ ਕੋਗਨੈਕਟਿਵ ਡਿਵੈਲਪਮੈਂਟ ਵੀ ਮੋਸਟ ਇੰਪੋਰਟੈਂਟ ਹੈ। ਅਗਰ ਸਟੱਡੀ ਦੇ ਵਿੱਚ ਗੱਲ ਕਰੀਏ, ਰਾਈਟਿੰਗ ਦੇ ਵਿੱਚ ਗੱਲ ਕਰੀਏ, ਇਹ ਸਾਰਾ ਕੋਗਨੈਕਟਿਵ ਡਿਵੈਲਪਮੈਂਟ ਦੇ ਉੱਤੇ ਬਹੁਤ ਵੱਡਾ ਨਿਰਭਰ ਹੈ। ਕਿਉਂਕਿ ਇਮੇਜਿਨੇਸ਼ਨ, ਮੈਮਰੀ ਦੀ ਗੱਲ ਕਰਦੇ ਆ ਤਾਂ ਉਹ ਸਾਰਾ ਕੋਗਨੈਕਟਿਵ ਚ ਆਉਂਦਾ ਆ। ਇਹਦੇ ਵਿੱਚ ਬਹੁਤ ਸਾਰੇ ਕੋਗਨੈਕਟਿਵ ਜਾਂ ਇੰਟੈਕਚੁਅਲੀ ਦੋਨੋਂ ਸੇਮ ਨੇ। ਉਹਦੇ ਵਿੱਚ ਥਿੰਕ ਐਂਡ ਰੀਜ਼ਨਿੰਗ ਦੀ ਗੱਲ ਕਰਾਂਗੇ, ਉਹਦੇ ਨਾਲ ਕੀ ਹੈਲਪ ਕਰਦਾ, ਇਮੇਜਿਨੇਸ਼ਨ ਕਰ ਸਕਦਾ ਹੈ ਵਿਦਿਆਰਥੀ, ਚਾਈਲਡ। ਮੈਮਰੀ ਉਹਦੀ ਇਨਕਰੀਜ਼ ਹੁੰਦੀ ਹੈ, ਜਿਹਦੇ ਨਾਲ ਪ੍ਰੋਬਲਮ ਸੋਲਵਿੰਗ ਜੋ ਆਉਂਦੀ ਆ ਉਹ ਪ੍ਰੋਬਲਮ ਸੋਲਵ ਕਰ ਸਕਦਾ ਹੈ। ਨੈਕਸਟ ਆਪਣੇ ਕੋਲ ਲੈਂਗੁਏਜ ਡਿਵੈਲਪਮੈਂਟ, ਭਾਸ਼ਾ ਦਾ ਵਿਕਾਸ। ਦੇਖੋ ਭਾਸ਼ਾ ਦਾ ਵਿਕਾਸ ਆਪਾਂ ਗੱਲ ਕਰੀਏ, ਇਹ ਵੀ ਇੱਕ ਕੋਗਨੈਕਟਿਵ ਡਿਵੈਲਪਮੈਂਟ ਦਾ ਹਿੱਸਾ ਹੈ, ਮਹੱਤਵਪੂਰਨ ਪਹਿਲੂ ਹੈ। ਗੱਲ ਕਰੀਏ ਅਗਰ ਲੈਂਗੁਏਜ ਨਾ ਹੋਈ ਵਰਲਡ ਦੇ ਵਿੱਚ, ਤਾਂ ਜਿਹੜੀ ਕਿ ਡਿਵੈਲਪਮੈਂਟ ਆ ਜਾਂ ਵਿਕਾਸ ਹੈ ਉਹ ਨਹੀਂ ਹੋਵੇਗਾ, ਪੋਸੀਬਲ ਹੀ ਨਹੀਂ ਹੋਏਗਾ। ਫਿਰ ਇੱਕ ਜਿਹੜੇ ਕਿ ਸੁਸਾਇਟੀ ਹੈ ਜਾਂ ਸਮਾਜ ਹੈ, ਤਾਂ ਸਮਾਜਿਕਰਨ ਨਹੀਂ ਹੋਏਗਾ। ਸਮਾਜ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਆ, ਕੀ ਕਿਸੇ ਨੂੰ ਆਪਣੀਆਂ ਗੱਲਾਂ ਕਿਸੇ ਨੂੰ ਦੱਸਣਾ, ਕਿਸੇ ਨੂੰ ਦਰਦ ਹੋ ਰਿਹਾ ਜਾਂ ਕਿਸੇ ਨੂੰ ਪੜ੍ਹਾਉਣਾ, ਉਹ ਇੰਪੋਸੀਬਲ ਆ ਵਿਦਆਊਟ ਆਫ ਲੈਂਗੁਏਜ। ਤਾਂ ਲੈਂਗੁਏਜ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਫॉर ਸੋਸਾਇਟੀ ਦੀ ਡਿਵੈਲਪਮੈਂਟ ਦੇ ਲਈ ਲੈਂਗੁਏਜ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹ ਵੀ ਕੋਗਨੈਕਟਿਵ ਡਿਵੈਲਪਮੈਂਟ ਦਾ ਇੱਕ ਪਹਿਲੂ ਹੈ, ਕਿਉਂਕਿ ਇਹ ਵੀ ਸਾਡਾ ਕਿ ਰੀਜ਼ਨਿੰਗ ਥਿੰਕਿੰਗ ਦੇ ਨਾਲ ਹੀ ਹੈ ਅਗਰ ਲੈਂਗੁਏਜ ਸਿੱਖਣੀ ਹੈ ਤਾਂ। ਹਾਂਜੀ, ਉਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ। ਨੈਕਸਟ ਪੁਆਇੰਟ ਦੇ ਵਿੱਚ ਡਿਸਕਸ ਕੀਤਾ ਇਨ ਲੈਂਗੁਏਜ ਆਫ ਡਿਵੈਲਪਮੈਂਟ ਵੀ ਅਕਵਾਇਰ ਦਾ ਐਬਿਲਿਟੀ ਟੂ ਲਰਨ। ਹਾਂਜੀ, ਕੋਈ ਵੀ ਚੀਜ਼ ਸਿੱਖਣੀ ਹੈ ਲੈਂਗੁਏਜ ਦੇ ਵਿੱਚ, ਯੂਜ਼ ਕਰਨੀ ਹੈ, ਕੰਪਰੀਹੈਂਸ ਐਂਡ ਮੈਨੂਪਲੇਟ ਆਫ ਸਕਿੱਲਸ ਆਫ ਲੈਂਗੁਏਜ। ਹਾਂਜੀ, ਕਿਸ ਤਰ੍ਹਾਂ ਆਪਾਂ ਯੋਗਤਾ ਨੂੰ ਹਾਸਿਲ ਕਰ ਸਕਦੇ ਹਾਂ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨੇ। ਬਟ ਆਪਣੀ ਚੀਜ਼ ਕਿਸੇ ਤੱਕ ਪਹੁੰਚਾਉਣੀ, ਕਿਸੇ ਤੋਂ ਕੁਝ ਸਿੱਖਣਾ, ਕਿਸੇ ਚੀਜ਼ ਨੂੰ ਯੂਜ਼ ਕਰਕੇ ਆਪਾਂ ਉਸਦਾ ਕੰਮ ਲੈਣਾ, ਉਹ ਯੂਜ਼ ਕਰਨਾ, ਕੰਮ ਲੈਣਾ, ਇਸ ਤਰ੍ਹਾਂ ਦੀ ਜਿਹੜੀ ਕਿ ਸੋਸਾਇਟੀ ਦੇ ਵਿੱਚ ਰਹਿਣ ਦੇ ਲਈ ਲੈਂਗੁਏਜ ਜਿਹੜੀ ਸਕਿੱਲਸ ਹੋਣੀ ਚਾਹੀਦੀ ਆ, ਮੋਸਟ ਇੰਪੋਰਟੈਂਟ ਆ। ਚਾਹੇ ਕੋਈ ਵੀ ਕੰਮ ਹੋਵੇ, ਅੱਜ ਦੇ ਸਮਾਜ ਦਾ ਕੋਈ ਵੀ ਕੰਮ ਹੋਵੇ, ਵਿਦਆਊਟ ਲੈਂਗੁਏਜ, ਆਪਾਂ ਮੰਨ ਲਓ ਕਿਤੇ ਘੁੰਮਣ ਚੱਲੇ ਆ, ਉੱਥੇ ਆਪਾਂ ਨੂੰ ਲੈਂਗੁਏਜ ਨਹੀਂ ਆ ਰਹੀ ਉੱਥੋਂ ਦੀ, ਤਾਂ ਆਪਾਂ ਘੁੰਮ ਨਹੀਂ ਸਕਦੇ, ਟੂਰ ਕੰਪਲੀਟ ਨਹੀਂ ਕਰ ਸਕਦੇ। ਮੰਨ ਲਓ ਕਿਤੇ ਜਾ ਰਹੇ, ਕਿਸੇ ਰਸਤੇ ਦਾ ਪੁੱਛਣਾ ਹੋਵੇ ਤਾਂ ਆਪਾਂ ਨੂੰ ਲੈਂਗੁਏਜ ਨਾ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਪੁੱਛਾਂਗੇ। ਇਸ ਤਰ੍ਹਾਂ ਆਪਾਂ ਸਟੱਡੀ ਕਰ ਰਹੇ ਹਾਂ, ਮੰਨ ਲਓ ਕਿ ਕੋਈ ਟੌਪਿਕ ਸਮਝ ਨਹੀਂ ਲੱਗ ਰਿਹਾ, ਵੈਸੇ ਤਾਂ ਹੋਣਾ ਹੀ ਨਹੀਂ ਪੋਸੀਬਲ। ਮੰਨ ਲਓ ਇੱਕ ਟੌਪਿਕ ਆਪਣੇ ਕੋਲੇ, ਟੌਪਿਕ ਸਮਝਣਾ, ਤੇ ਜੇ ਆਪਣੇ ਕੋਲ ਲੈਂਗੁਏਜ ਹੀ ਨਾ ਹੋਵੇ, ਟੌਪਿਕ ਕਿਸ ਤਰ੍ਹਾਂ ਸਮਝੇਗਾ। ਜੇ ਲੈਂਗੁਏਜ ਹੀ ਨਾ ਹੋਈ ਤਾਂ ਫਿਰ ਟੌਪਿਕ ਵੀ ਨਹੀਂ ਹੋਏਗਾ। ਇਸ ਤਰ੍ਹਾਂ ਦੀ ਚੀਜ਼ਾਂ ਆ। ਜਿਵੇਂ ਕਿ ਸਟੋਨ ਏਜ ਆਪਾਂ ਪੜ੍ਹਦੇ ਹਾਂ, ਸਟੋਨ ਏਜ ਦੇ ਵਿੱਚ ਕੋਈ ਲੈਂਗੁਏਜ ਨਹੀਂ ਹੈ, ਜਿਸ ਕਰਕੇ ਉਹਨਾਂ ਦੀ ਡਿਵੈਲਪਮੈਂਟ ਬਹੁਤ ਸਲੋ ਤਰੀਕੇ ਦੇ ਨਾਲ ਹੋਈ, ਬਹੁਤ ਘੱਟ ਡਿਵੈਲਪਮੈਂਟ ਹੋਈ। ਆਪਾਂ ਗੱਲ ਕਰੀਏ ਹੜੱਪਾ ਦੀ, ਤਾਂ ਹੜੱਪਾ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਕਿ ਹੜੱਪਾ ਦੀ ਜਿਹੜੀ ਕਿ ਸਿਵਲਾਈਜੇਸ਼ਨ ਦੀ ਬਹੁਤ ਵੱਡੇ ਵਿਸ਼ਾਲ ਤੌਰ ਤੇ ਆਪਾਂ ਡਿਵੈਲਪਮੈਂਟ ਕਹਿ ਸਕਦੇ, ਕਿਉਂਕਿ ਉਹਨਾਂ ਕੋਲੇ ਆਪਣੀ ਲਿਪੀ ਸੀ, ਸਕ੍ਰਿਪਟ ਸੀਗੀ, ਇਹ ਮੰਨਿਆ ਜਾਂਦਾ, ਕਿਉਂਕਿ ਹਜੇ ਤੱਕ ਡੀਕੋਡ ਨਹੀਂ ਹੋਈ। ਮੈਂ ਜਿਹੜੀ ਕਿ ਮੋਸਟ ਇੰਪੋਰਟੈਂਟ MCQ ਡਿਸਕਸ ਕਰ ਚੁੱਕਿਆ ਹਿਸਟਰੀ ਦੇ ਵਿੱਚ, ਉਹ ਵੀ ਦੇਖ ਸਕਦੇ ਹੋ। ਨੈਕਸਟ ਆਪਣਾ ਇਮੋਸ਼ਨਲ ਡਿਵੈਲਪਮੈਂਟ, ਭਾਵਨਾਤਮਕ ਵਿਕਾਸ ਦੀ ਗੱਲ ਕਰਦੇ ਹਾਂ।
ਇਹ ਵੀ ਬਹੁਤ ਜ਼ਰੂਰੀ ਆ। ਇਮੋਸ਼ਨਲ ਡਿਵੈਲਪਮੈਂਟ ਐਬਿਲਿਟੀ ਹੁੰਦੀ ਹੈ ਰਿਕਗਨਾਈਜ਼ ਐਂਡ ਐਕਸਪ੍ਰੈਸ ਐਂਡ ਕੰਟਰੋਲ ਓਵਰ ਇਮੋਸ਼ਨਸ। ਹਾਂਜੀ, ਇਹਦੇ ਵਿੱਚ ਕੀ ਹੈ ਕਿ ਇਮੋਸ਼ਨ ਨੂੰ ਕੰਟਰੋਲ ਕਰਨਾ ਐਂਡ ਪਛਾਨਣਾ, ਭਾਵਨਾਵਾਂ ਨੂੰ ਪਛਾਨਣਾ, ਪ੍ਰਗਟ ਕਰਨਾ ਤੇ ਉਹਨਾਂ ਨੂੰ ਕਾਬੂ ਕਰਨਾ ਹੈ। ਇਹ ਕੀ ਆ? ਇਮੋਸ਼ਨਲ ਡਿਵੈਲਪਮੈਂਟ ਹੈ। ਦੇਖੋ ਇਮੋਸ਼ਨ ਸਭ ਦੇ ਵਿੱਚ ਹੁੰਦੇ ਆ, ਪਰ ਡਿਵੈਲਪਮੈਂਟ ਕਦੋਂ ਕਵਾਂਗੇ? ਜਦੋਂ ਉਹਨਾਂ ਦੇ ਉੱਪਰ ਕੰਟਰੋਲ ਹੋ ਗਿਆ, ਉਹਨੂੰ ਪਛਾਨਣਾ ਆ ਗਿਆ ਵਿਦਿਆਰਥੀ ਨੂੰ ਜਾਂ ਚਾਈਲਡ ਨੂੰ, ਉਸ ਤੋਂ ਬਾਅਦ ਉਹਨੂੰ ਪ੍ਰਗਟ ਕਰਨਾ ਆ ਗਿਆ ਇਮੋਸ਼ਨਸ। ਮੰਨ ਲਓ ਇਮੋਸ਼ਨਸ ਛੋਟੇ ਬੱਚੇ ਦੇ ਵਿੱਚ ਹੀ ਆ ਜਾਂਦੇ ਨੇ, ਆਪਾਂ ਉਹਨੂੰ ਝਿੜਕ ਦਿੰਦੇ ਹਾਂ, ਇਮੋਸ਼ਨਸ ਉਹ ਰੋਣ ਲੱਗ ਜਾਂਦਾ ਹੈ। ਬੱਚੇ ਤੋਂ ਕੋਈ ਚੀਜ਼ ਖੋਲੀ ਆਪਾਂ, ਉਹ ਰੋਣ ਲੱਗ ਜਾਂਦਾ ਆ। ਕਿਤੇ ਵਿਦਿਆਰਥੀ ਦੇ ਅਧਿਆਪਕ ਨੇ ਥੱਪੜ ਲਗਾ ਦਿੱਤਾ, ਇਮੋਸ਼ਨਸ ਦਿਖਾਏਗਾ, ਰੋਏਗਾ। ਇਸ ਤਰ੍ਹਾਂ ਦੀ ਜਿਹੜੇ ਇਮੋਸ਼ਨਸ ਨੇ ਉਹ ਸਾਹਮਣੇ ਆਉਂਦੇ ਨੇ। ਹੌਲੀ ਹੌਲੀ ਜਦੋਂ ਆਪਾਂ ਅੱਗੇ ਵੱਧਦੇ ਜਾਂਦੇ ਹਾਂ, ਉਹ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਨਿਕਲ ਜਾਂਦੀਆਂ, ਪਰ ਨਵੀਆਂ ਜਿਹੜੀਆਂ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਉਹ ਐਡ ਹੋ ਜਾਂਦੀਆਂ ਨੇ ਇਮੋਸ਼ਨ ਜੀ। ਨੈਕਸਟ ਆਪਾਂ ਗੱਲ ਕਰਦੇ ਆ, ਇਹ ਸੋਸ਼ਲ ਡਿਵੈਲਪਮੈਂਟ ਦੇ ਵਿੱਚ ਹੀ ਇਹ ਅੰਡਰ ਕਵਰ ਕਰ ਲੈਂਦਾ। ਇਮੋਸ਼ਨਲ ਡਿਵੈਲਪਮੈਂਟ ਕੀ ਕਹਿ ਸਕਦੇ ਆ, ਸੋਸ਼ਲ ਡਿਵੈਲਪਮੈਂਟ ਦੇ ਵਿੱਚ ਅੰਡਰ ਆ ਜਾਂਦਾ ਹੈ। ਨੈਕਸਟ ਹੈ ਸੋਸ਼ਲ ਡਿਵੈਲਪਮੈਂਟ। ਤਾਂ ਸੋਸ਼ਲ ਡਿਵੈਲਪਮੈਂਟ ਦੀ ਗੱਲ ਕਰੀਏ, ਅਗਰ ਸੁਸਾਇਟੀ ਦੀ ਡਿਵੈਲਪਮੈਂਟ ਚਾਹੀਦੀ ਆਪਾਂ ਨੂੰ, ਤਾਂ ਉਸ ਦੇ ਲਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਜਿਹੜੀਆਂ ਵੈਲਿਊਜ਼, ਨੀਡਸ, ਆਪਾਂ ਗੱਲ ਕਰੀ ਨੋਰਮਸ ਆਫ ਸੁਸਾਇਟੀ, ਕੋਆਪਰੇਸ਼ਨ ਚਾਹੀਦਾ ਸੁਸਾਇਟੀ ਦਾ, ਐਂਡ ਹੈਲਥੀ ਰਿਲੇਸ਼ਨ ਚਾਹੀਦਾ। ਜਿੰਨੇ ਵੀ ਉੱਥੇ ਮਨੁੱਖ ਜਾਂ ਕਬੀਲੇ ਜਾਂ ਪਿੰਡ ਵਿਲੇਜ ਜੋ ਵੀ ਰਹਿੰਦੇ ਨੇ, ਮਨੁੱਖ ਆਪਣੀ ਸੁਸਾਇਟੀ ਦੇ ਵਿੱਚ ਰਹਿਣ ਦੇ ਲਈ ਆਪਣੀ ਲੈਂਗੁਏਜ ਯੂਜ਼ ਕਰਦਾ, ਉਸਨੂੰ ਡਿਵੈਲਪਮੈਂਟ ਕਰੇਗਾ। ਸੁਸਾਇਟੀ ਨੂੰ ਜੋ ਵੀ ਸੁਸਾਇਟੀ ਦੇ ਅੰਦਰ ਨੀਡਸ ਹੋਈਆਂ ਉਹਨਾਂ ਨੂੰ ਫੁੱਲਫਿਲ ਕਰ ਸਕਦਾ, ਵੈਲਿਊਜ਼ ਸਮਝ ਸਕਦੇ ਨੇ, ਮੋਰਲਸ। ਜਿਹੜੇ ਕਿ ਮੋਰਲ ਦੀ ਗੱਲ ਕਰੀਏ, ਮੋਰਲ ਡਿਵੈਲਪਮੈਂਟ ਉਹ ਕਿਤੇ ਨਾ ਕਿਤੇ ਆਪਾਂ ਸੋਸ਼ਲ ਡਿਵੈਲਪਮੈਂਟ ਦੇ ਵਿੱਚ ਮੋਰਲ ਵੈਲਿਊ ਦੀ ਗੱਲ ਕਰਦੇ ਹਾਂ, ਮੋਰਲਸ ਦੀ ਗੱਲ ਕਰਦੇ ਹਾਂ। ਇਹ ਵੀ ਮੋਸਟ ਇੰਪੋਰਟੈਂਟ ਆ ਕਿ ਇਹਦੇ ਵਿੱਚ ਸੋਸ਼ਲ ਡਿਵੈਲਪਮੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤਰ੍ਹਾਂ ਸੁਸਾਇਟੀ ਦੇ ਵਿੱਚ ਜੋ ਵੀ ਡਿਵੈਲਪਮੈਂਟ ਆਉਂਦੀ ਆ, ਚਾਈਲਡ ਸੁਸਾਇਟੀ ਤੋਂ ਸਭ ਤੋਂ ਜ਼ਿਆਦਾ ਸਿੱਖਦਾ। ਆਪਾਂ ਨੂੰ ਪਤਾ ਹੈ ਕਿ ਬੱਚਾ ਅਨੁਕਰਨ ਦੇ ਦੁਆਰਾ ਸਿੱਖਦਾ ਹੈ, ਤਾਂ ਸੁਸਾਇਟੀ ਬਹੁਤ ਵੱਡਾ ਪ੍ਰਭਾਵ ਪਾਉਂਦੀ ਆ ਬੱਚੇ ਤੇ। ਬੱਚਾ ਅਗਰ ਸੁਸਾਇਟੀ ਦੇ ਵਿੱਚ ਵਧੀਆ ਚੀਜ਼ਾਂ ਮਿਲਣਗੀਆਂ ਉਹ ਸਿੱਖੇਗਾ। ਦੇਖੋ ਅਗਰ ਬੱਚੇ ਨੂੰ ਸੁਸਾਇਟੀ ਨਸ਼ਿਆਂ ਵਾਲੀ ਮਿਲੇਗੀ, ਨਸ਼ੇ ਵਾਲੇ ਉੱਥੇ ਲੋਕ ਹੋਣਗੇ, ਨਸ਼ੇ ਕਰਨ ਵਾਲੇ, ਤਾਂ ਉਹ ਨਸ਼ੇੜੀ ਬਣੇਗਾ। ਅਗਰ ਉੱਥੇ ਇੱਕ ਐਜੂਕੇਟਡ ਸੁਸਾਇਟੀ ਮਿਲਦੀ ਹੈ, ਤਾਂ ਜਿਹੜਾ ਚਾਈਲਡ ਆ ਜਾਂ ਬੱਚਾ ਹੈ, ਤਾਂ ਉਹ ਐਜੂਕੇਸ਼ਨ ਦੇ ਵੱਲ ਜ਼ਿਆਦਾ ਖਿਚਾਵ ਰਹੇਗਾ, ਤੇ ਉਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਜੂਕੇਸ਼ਨ ਜਿਹੜੇ ਕਿ ਗੇਨ ਕਰਕੇ ਆਪਣੇ ਆਉਣ ਸਮੇਂ ਕੋਈ ਵੀ ਮਤਲਬ ਕਿ ਜੌਬ ਵਗੈਰਾ ਤੇ ਲੱਗ ਸਕਦਾ। ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਅਕਸਰ ਮਿਲਦੀਆਂ, ਜਿਹੜੀਆਂ ਆਪਾਂ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀਆਂ। ਅਗਰ ਜਿਸ ਤਰ੍ਹਾਂ ਦੀ ਸੁਸਾਇਟੀ ਹੋਗੀ ਉਸ ਤਰ੍ਹਾਂ ਦਾ ਹੀ ਬੱਚਾ ਸਿੱਖੇਗਾ। ਨੈਕਸਟ ਗੱਲ ਕਰਦੇ ਮੋਰਲ ਡਿਵੈਲਪਮੈਂਟ ਦੀ, ਨੈਤਿਕ ਵਿਕਾਸ ਦੀ। ਦੇਖੋ ਇਹ ਵੀ ਇੱਕ ਪਾਰਟ ਹੈ ਸੋਸ਼ਲ ਡਿਵੈਲਪਮੈਂਟ ਦਾ। ਮੈਂ ਪਹਿਲੇ ਹੀ ਦੱਸ ਚੁੱਕਿਆ ਹੈ, ਇਹ ਨੈਤਿਕ ਵਿਕਾਸ ਇੱਕ ਸਮਾਜਿਕ ਵਿਕਾਸ ਦਾ ਹਿੱਸਾ ਆ। ਪਰ ਇਹਦਾ ਅਰਥ ਕੀ ਆ ਕਿ ਆਪਾਂ ਨੂੰ ਡਿਸੀਜਨ ਲੈ ਸਕੀਏ, ਆਪਣੇ ਆਪ ਦੇ ਖੁਦ ਦੇ ਐਬਿਲਿਟੀ ਹੋਵੇ, ਐਬਿਲਿਟੀਜ਼ ਕੇ ਡਿਸੀਜਨ ਲੈ ਸਕੀਏ ਵੀ ਸਹੀ ਕੀ ਆ, ਗਲਤ ਕੀ ਆ, ਰਾਈਟ ਐਂਡ ਰੋਂਗ ਦੇ ਬਾਰੇ ਆਪਾਂ ਪਤਾ ਕਰ ਸਕੀਏ। ਇਹ ਚੀਜ਼ਾਂ ਸਾਰੀਆਂ ਕਿ ਮੋਰਲ ਵੈਲਿਊ ਦੇ ਵਿੱਚ ਆਉਂਦੀਆਂ। ਅਗਰ ਮੋਰਲ ਵੈਲਿਊ ਸੁਸਾਇਟੀ ਦੇ ਵਿੱਚ ਨਾ ਹੋਵੇ, ਤਾਂ ਬਹੁਤ ਸਾਰੇ ਕ੍ਰਾਈਮਸ ਆਪਾਂ ਦੇਖਦੇ ਕਿ ਕ੍ਰਾਈਮਸ ਵੱਧ ਜਾਂਦੇ ਨੇ। ਜਿਹੜੇ ਕਿ ਆਪਾਂ ਬਹੁਤ ਹੀ ਪਿਆਰ ਦੇ ਨਾਲ ਰਹਿੰਦੇ ਹਾਂ ਸੁਸਾਇਟੀ ਦੇ ਵਿੱਚੋਂ ਨਹੀਂ ਰਵਾਂਗੇ, ਜਿਹੜੀ ਕਿ ਫਾਈਟ ਜਿਹੜੀਆਂ ਹੋ ਜਾਣਗੀਆਂ। ਇਹਦੇ ਵਿੱਚ ਜਿਹੜੀ ਕਿ ਸੁਸਾਇਟੀ ਵੱਖ-ਵੱਖ ਆਪਣੇ ਤਰੀਕਿਆਂ ਦੇ ਨਾਲ ਰਹੇਗੀ, ਸ਼ਾਇਦ ਉਹ ਤਾਨਾਸ਼ਾਹੀ ਆ ਜਾਏਗੀ, ਡੈਮੋਕ੍ਰੇਸੀ ਨਾ ਆਵੇ। ਇਸ ਤਰ੍ਹਾਂ ਜਿਹੜੀ ਸੁਸਾਇਟੀ ਦੇ ਵਿੱਚ ਰਹਿਣਾ ਆ, ਤਾਂ ਇਹ 'ਚ ਨਾ ਰਹਿ ਸਕਦੇ ਹਾਂ ਆਪਾਂ। ਇਹ ਸਾਰੀਆਂ ਕਿ ਆਪਾਂ ਪਛਾਣ ਸਕੀਏ ਆਪਣੇ ਲਈ ਸਹੀ ਕੀ ਆ, ਗਲਤ ਕੀ ਆ। ਇਹ ਸਾਰੇ ਮੋਰਲ ਡਿਵੈਲਪਮੈਂਟ ਦੇ ਵਿੱਚ ਆਉਂਦਾ ਆ। ਜਦੋਂ ਆਪਣੀ ਇੱਕ ਚਾਈਲਡ ਆਪਣਾ ਸਹੀ ਰਾਸਤਾ ਚੁਣ ਲੈਂਦਾ ਹੈ, ਆਪਣੀ ਰਾਈਟਸ ਰੋਂਗ ਡਿਸੀਜਨ ਦੇ ਬਾਰੇ ਉਹਨੂੰ ਪਤਾ ਲੱਗ ਜਾਂਦਾ, ਤਾਂ ਉਦੋਂ ਕਵਾਂਗੇ ਉਹਦੀ ਕੀ ਆ, ਮੋਰਲ ਡਿਵੈਲਪਮੈਂਟ ਹੋਈ ਆ। ਅਗਰ ਇਸ ਤਰ੍ਹਾਂ ਡਿਸੀਜਨਸ ਨਹੀਂ ਲੈ ਪਾਉਂਦਾ, ਉਹ ਰਾਈਟਸ ਐਂਡ ਰੋਂਗਸ ਦੇ ਵਿੱਚ ਨਹੀਂ ਫਰਕ ਪਤਾ ਕਰ, ਉਹਦਾ ਡਿਵੈਲਪਮੈਂਟ ਨਹੀਂ ਕਰਾਂਗੇ। ਹਾਂਜੀ, ਅਗਰ ਤੁਸੀਂ ਪੀਐਸ ਟੈਟ ਜਾਂ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ, ਇਸ ਚੈਨਲ ਤੇ ਆ ਕੇ ਤਿਆਰੀ ਕਰ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ। ਅਗਰ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇੰਸਟਾਗ੍ਰਾਮ ਅਕਾਊਂਟ ਹੈ, ਟੈਲੀਗ੍ਰਾਮ ਚੈਨਲ ਹੈ ਜੇਵੀ ਸਟੇਸ਼ਨ, ਕਮੈਂਟ ਕਰਕੇ ਸਾਨੂੰ ਦੱਸਣਾ ਹੈ। ਆਈ ਹੋਪ ਕਿ ਵੀਡੀਓ ਵਧੀਆ ਲੱਗੇਗੀ। ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।